Hello students, myself Dr. Amit Juneja, lecturer economics, Shahid Balwinder Singh Government Senior Secondary Smart School ਸਾਬੂਆਣਾ ਡਿਸਟ੍ਰਿਕਟ ਫਾਜ਼ਿਲਕਾ। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਇਸ ਲੈਕਚਰ ਦੇ ਵਿੱਚ। ਤਾਂ ਅੱਜ ਆਪਾਂ ਆਪਣੇ ਵਿਅਸ਼ਟੀ ਅਰਥ ਸ਼ਾਸਤਰ ਦਾ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਜਿਹੜਾ ਉਹਨੂੰ ਆਪਾਂ ਡਿਸਕਸ ਕਰਨ ਜਾ ਰਹੇ ਹਾਂ, ਜਿਹੜਾ ਕੀ ਹੈ ਉਪਭੋਗਤਾ ਸੰਤੁਲਨ। ਤਾਂ ਅਗਰ ਆਪਾਂ ਉਪਭੋਗਤਾ ਸੰਤੁਲਨ ਜਿਹੜਾ ਹੈ ਇਹਨੂੰ ਸਮਝਣਾ ਚਾਹੁੰਦੇ ਆ ਤਾਂ ਉਹਦੇ ਵਾਸਤੇ ਆਪਣੇ ਵਾਸਤੇ ਇਹ ਜ਼ਰੂਰੀ ਹੈ ਕਿ ਆਪਾਂ ਕੀ ਕਰੀਏ, ਆਪਾਂ ਉਪਭੋਗਤਾ ਤੇ ਸੰਤੁਲਨ ਦੋ ਜਿਹੜੇ ਸ਼ਬਦ ਨੇ ਇਹਨਾਂ ਦੋਹਾਂ ਨੂੰ ਆਪਾਂ ਵੱਖਰੇ ਵੱਖਰੇ ਤੌਰ ਤੇ ਜਿਹੜਾ ਉਹ ਸਮਝੀਏ। ਕਿਉਂਕਿ ਦੇਖੋ ਹਰ ਇੱਕ ਚੀਜ਼ ਨੂੰ ਆਪਾਂ ਉਹਦੇ ਨਾਮ ਤੋਂ ਸਮਝਣਾ ਹੁੰਦਾ ਹੈ, ਕਿਉਂਕਿ ਜੋ ਵੀ ਕਿਸੇ ਵੀ ਚੀਜ਼ ਦਾ ਨਾਮ ਹੁੰਦਾ ਹੈ ਉਹ ਆਪਣੇ ਆਪ ਦੇ ਵਿੱਚ ਉਹਦੀ ਪਰਿਭਾਸ਼ਾ ਹੁੰਦੀ ਹੈ। ਜੇਕਰ ਆਪਾਂ ਉਹਦਾ ਨਾਮ ਜਿਹੜਾ ਅਗਰ ਆਪਾਂ ਉਹਨੂੰ ਚੰਗੀ ਤਰ੍ਹਾਂ ਸਮਝ ਲਾਂਗੇ ਤਾਂ ਆਪਾਂ ਨੂੰ ਉਹਦਾ ਵੱਧ ਤੋਂ ਵੱਧ ਮੀਨਿੰਗ ਜਿਹੜਾ ਉਹ ਕਲੀਅਰ ਹੋ ਸਕਦਾ ਹੈ। ਤਾਂ ਸਭ ਤੋਂ ਪਹਿਲਾਂ ਆਪਣਾ ਜੋ ਕੰਮ ਹੈ ਉਹ ਇਹ ਹੈ ਕਿ ਆਪਾਂ ਇਹ ਦੇਖੀਏ ਵੀ ਜਿਹੜਾ ਉਪਭੋਗਤਾ ਸੰਤੁਲਨ ਸ਼ਬਦ ਹੈ ਉਹ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ। ਇੱਕ ਹੈ ਉਪਭੋਗਤਾ, ਇੱਕ ਹੈ ਸੰਤੁਲਨ। ਤਾਂ ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ, ਇਹਨਾਂ ਦੋਹਾਂ ਨੂੰ ਵੱਖਰਾ ਵੱਖਰਾ ਜਿਹੜਾ ਹੈ ਉਹ ਪੜਾਂਗੇ। ਯਾਨੀ ਸਭ ਤੋਂ ਪਹਿਲਾਂ ਆਪਾਂ ਇਹ ਦੇਖਾਂਗੇ ਕਿ ਉਪਭੋਗਤਾ ਕੌਣ ਹੁੰਦਾ ਹੈ, ਨੰਬਰ 2 ਤੇ ਆਪਾਂ ਇਹ ਦੇਖਾਂਗੇ ਕਿ ਸੰਤੁਲਨ ਕੀ ਹੁੰਦਾ ਹੈ। ਫਿਰ ਆਪਾਂ ਕੀ ਕਰਾਂਗੇ, ਉਪਭੋਗਤਾ ਤੇ ਸੰਤੁਲਨ ਦੋਨਾਂ ਸ਼ਬਦਾਂ ਨੂੰ ਇਕੱਠਾ ਕਰ ਦਾਂਗੇ, ਉਹਦੇ ਤੋਂ ਆਪਣਾ ਵਰਡ ਬਣੇਗਾ ਉਪਭੋਗਤਾ ਸੰਤੁਲਨ ਤੇ ਉਹਦੇ ਤੋਂ ਇਹਦੀ ਪਰਿਭਾਸ਼ਾ ਵੀ ਜਿਹੜੀ ਹੈ ਉਹ ਆਪਣੇ ਆਪ ਜਿਹੜੀ ਹੈ ਉਹ ਬਣ ਜਾਏਗੀ। ਤਾਂ ਆਪਾਂ ਸਭ ਤੋਂ ਪਹਿਲਾਂ ਇਹ ਦੇਖਦੇ ਹਾਂ ਕਿ ਉਪਭੋਗਤਾ ਕੌਣ ਹੁੰਦਾ ਹੈ। ਤਾਂ ਆਪਣਾ ਪਹਿਲਾ ਵਰਡ ਜਿਹੜਾ ਹੈ ਉਹ ਆਪਾਂ ਲੈਣ ਲੱਗੇ ਆ ਉਪਭੋਗਤਾ। ਤਾਂ ਅਗਰ ਆਪਾਂ ਇੱਕ ਆਮ ਆਦਮੀ ਨੂੰ ਪੁੱਛੀਏ ਕਿ ਉਪਭੋਗਤਾ ਕੌਣ ਹੁੰਦਾ ਹੈ ਤਾਂ ਕਹੇਗਾ ਵੀ ਜੋ ਵੀ ਉਪਭੋਗ ਕਰਦਾ ਹੈ ਉਹ ਕੌਣ ਹੈ, ਉਹ ਉਪਭੋਗਤਾ ਹੁੰਦਾ ਹੈ। ਜਿਵੇਂ ਕਿ ਜਿਹੜਾ ਵਿਅਕਤੀ ਉਤਪਾਦਨ ਕਰਦਾ ਹੈ ਉਹ ਉਤਪਾਦਕ ਹੁੰਦਾ ਹੈ, ਪ੍ਰੋਡਿਊਸਰ ਹੁੰਦਾ ਹੈ। ਇਸੇ ਤਰ੍ਹਾਂ ਜਿਹੜਾ ਵਿਅਕਤੀ ਉਪਭੋਗ ਕਰਦਾ ਹੈ ਉਹ ਕੀ ਹੋ ਜਾਏਗਾ, ਉਪਭੋਗਤਾ ਹੋ ਜਾਏਗਾ। ਤਾਂ ਇੱਥੇ ਜਦੋਂ ਆਪਾਂ ਗੱਲ ਕਰਦੇ ਹਾਂ ਉਪਭੋਗ ਦੀ, ਤਾਂ ਉਪਭੋਗ ਦੇ ਵਿੱਚ ਕੀ ਹੁੰਦਾ ਹੈ ਵੀ ਆਪਾਂ ਕਿਹਾ ਵੀ ਜਿਹੜਾ ਵਿਅਕਤੀ ਉਪਭੋਗ ਕਰਦਾ ਹੈ, ਜ਼ਰੂਰੀ ਨਹੀਂ ਹੈਗਾ ਕਿ ਜਿਹੜੇ ਵਿਅਕਤੀ ਨੇ ਉਹੀ ਉਪਭੋਗ ਕਰਨਗੇ। ਉਪਭੋਗ ਜਿਹੜਾ ਉਹ ਕੋਈ ਸੰਸਥਾ ਵੀ ਕਰ ਸਕਦੀ ਹੈ। ਪਹਿਲੀ ਚੀਜ਼ ਤਾਂ ਇਹ ਕਲੀਅਰ ਹੈ। ਦੂਸਰੀ ਚੀਜ਼ ਜਿਹੜੀ ਕਲੀਅਰ ਕਰਨੀ ਹੈ ਉਹ ਇਹ ਹੈ ਕਿ ਆਮ ਤੌਰ ਤੇ ਆਪਾਂ ਕਹਿੰਦੇ ਆ ਕਿ ਉਪਭੋਗ ਕਰਨਾ ਕੀ ਹੁੰਦਾ ਹੈ। ਉਹ ਕਹਿੰਦੇ ਆਪਾਂ ਆਮ ਬੰਦੇ ਨੂੰ ਪੁੱਛੀਏ ਨਾ ਕਿ ਉਪਭੋਗ ਕਰਨਾ ਕੀ ਹੁੰਦਾ ਹੈ, ਉਹ ਕਹਿੰਦਾ ਉਪਭੋਗ ਦਾ ਮਤਲਬ ਹੁੰਦਾ ਹੈ ਕਿਸੇ ਵੀ ਚੀਜ਼ ਨੂੰ ਖਾਣਾ। ਵੀ ਜਦੋਂ ਆਪਾਂ ਕੋਈ ਵੀ ਚੀਜ਼ ਖਾਂਦੇ ਆ ਤਾਂ ਆਪਾਂ ਕਹਿੰਦੇ ਆ ਵੀ ਆਪਾਂ ਉਸ ਚੀਜ਼ ਦਾ ਉਪਭੋਗ ਕਰ ਰਹੇ ਹਾਂ। ਪਰ ਪਹਿਲੀ ਚੀਜ਼ ਆਪਾਂ ਇਹ ਯਾਦ ਰੱਖਣੀ ਹੈ ਕਿ ਕਿਸੇ ਵੀ ਚੀਜ਼ ਨੂੰ ਖਾਣਾ ਉਪਭੋਗ ਨਹੀਂ ਹੁੰਦਾ। ਆਪਾਂ ਇਹ ਨਹੀਂ ਕਹਿ ਸਕਦੇ ਵੀ ਆਪਾਂ ਅਗਰ ਕਿਸੇ ਚੀਜ਼ ਨੂੰ ਖਾ ਰਹੇ ਹਾਂ ਆਪਾਂ ਤਾਂ ਹੀ ਉਹਦਾ ਉਪਭੋਗ ਕਰ ਰਹੇ ਹਾਂ, ਨਹੀਂ, ਜ਼ਰੂਰੀ ਨਹੀਂ ਹੈਗਾ। ਉਪਭੋਗ ਤੇ ਖਾਣਾ ਦੋ ਅਲੱਗ-ਅਲੱਗ ਚੀਜ਼ਾਂ ਨੇ, ਠੀਕ ਹੈ। ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਖਾਣਾ ਪੀਣਾ ਹੈ ਉਹ ਕੀ ਹੈ, ਉਹ ਉਪਭੋਗ ਦਾ ਇੱਕ ਹਿੱਸਾ ਹੈ। ਪਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਜਦੋਂ ਆਪਾਂ ਕਿਸੇ ਚੀਜ਼ ਨੂੰ ਖਾਵਾਂਗੇ ਆਪਾਂ ਉਦੋਂ ਹੀ ਉਪਭੋਗ ਕਰਾਂਗੇ। ਜੇ ਆਪਾਂ ਕਿਸੇ ਚੀਜ਼ ਨੂੰ ਨਹੀਂ ਖਾਦਾ ਮਤਲਬ ਆਪਾਂ ਉਹਦਾ ਉਪਭੋਗ ਨਹੀਂ ਕੀਤਾ। ਜੇ ਮੈਂ ਇਹ ਗੱਲ ਕਰ ਰਿਹਾ ਤਾਂ ਮੈਂ ਗਲਤ ਹਾਂ। ਉਪਭੋਗ ਦਾ ਮਤਲਬ ਜਿਹੜਾ ਹੈ ਉਹ ਕਿਸੇ ਵੀ ਚੀਜ਼ ਨੂੰ ਖਾਣਾ ਨਹੀਂ ਹੁੰਦਾ, ਬਲਕਿ ਕਿਸੇ ਵੀ ਚੀਜ਼ ਨੂੰ ਵਰਤਣਾ ਜਾਂ ਉਸ ਚੀਜ਼ ਨੂੰ ਜਿਹੜਾ ਹੈ ਉਹ ਵਰਤੋਂ ਵਿੱਚ ਲਿਆਉਣਾ ਜਿਹੜਾ ਹੈ ਉਹ ਕੀ ਹੁੰਦਾ ਹੈ, ਉਹ ਉਪਭੋਗ ਹੁੰਦਾ ਹੈ। ਮਤਲਬ ਆਪਾਂ ਕੀ ਕਰਦੇ ਆ, ਜਦੋਂ ਵੀ ਕਿਸੇ ਵੀ ਚੀਜ਼ ਦੀ ਵਰਤੋਂ ਕਰਦੇ ਆ ਉਹ ਉਪਭੋਗ ਹੈ, ਨਾ ਕਿ ਆਪਾਂ ਜਦੋਂ ਕਿਸੇ ਚੀਜ਼ ਨੂੰ ਖਾਂਦੇ ਆ ਉਹ ਉਪਭੋਗ ਹੈ। ਮਤਲਬ ਕਹਿੰਦਾ ਇਹ ਹੁੰਦਾ ਹੈ ਵੀ ਦੇਖੋ ਜਦੋਂ ਆਪਾਂ ਕੋਈ ਵੀ ਚੀਜ਼ ਵਰਤਦੇ ਆ, ਮਤਲਬ ਹੁਣ ਆਪਾਂ ਅਗਰ ਇਸ ਟਾਈਮ ਦੀ ਐਗਜ਼ਾਮਪਲ ਲਈਏ ਤਾਂ ਮੈਂ ਕਹਾਂ ਕਿ ਇਸ ਟਾਈਮ ਮੈਂ ਇਸ ਮਾਰਕਰ ਦੇ ਨਾਲ ਲਿਖਦਾ ਪਿਆ, ਮਤਲਬ ਮੈਂ ਇਸ ਮਾਰਕਰ ਦੀ ਵਰਤੋਂ ਕਰ ਰਿਹਾ ਕਿਸ ਵਾਸਤੇ, ਇਸ ਬੋਰਡ ਦੇ ਉੱਪਰ ਲਿਖਣ ਵਾਸਤੇ। ਤਾਂ ਮੈਂ ਕਹਾਂਗਾ ਕਿ ਮੈਂ ਇਸ ਮਾਰਕਰ ਦਾ ਉਪਭੋਗ ਕਰ ਰਿਹਾ, ਤਾਂ ਮੈਂ ਇਸ ਮਾਰਕਰ ਦਾ ਉਪਭੋਗਤਾ। ਕਿਉਂਕਿ ਉਪਭੋਗਤਾ ਕੌਣ ਹੋਊਗਾ, ਜਿਹੜਾ ਕਿਸੇ ਚੀਜ਼ ਨੂੰ ਉਪਭੋਗ ਕਰੇਗਾ, ਮਤਲਬ ਕਿਸੇ ਨਾ ਕਿਸੇ ਚੀਜ਼ ਨੂੰ ਵਰਤੇਗਾ। ਤਾਂ ਮੈਂ ਇਸ ਟਾਈਮ ਇਸ ਮਾਰਕਰ ਨੂੰ ਵਰਤਦਾ ਪਿਆ ਤਾਂ ਮੈਂ ਇਸ ਮਾਰਕਰ ਦਾ ਉਪਭੋਗ ਕਰ ਰਿਹਾ। ਮੈਂ ਹੁਣ ਆ ਬੋਰਡ ਦੇ ਉੱਪਰ ਲਿਖੀ ਜਾਂਦਾ ਪਿਆ ਹੈਗਾ ਤਾਂ ਮੈਂ ਇਸ ਬੋਰਡ ਦੀ ਵੀ ਵਰਤੋਂ ਕਰਦਾ ਪਿਆ, ਤਾਂ ਮੈਂ ਕਹਾਂਗਾ ਕਿ ਮੈਂ ਇਸ ਬੋਰਡ ਦਾ ਵੀ ਉਪਭੋਗ ਕਰ ਰਿਹਾ। ਮੈਂ ਆ ਸ਼ਰਟ ਪਾਈ ਹੋਈ ਹੈ ਤਾਂ ਮੈਂ ਸ਼ਰਟ ਦੀ ਵਰਤੋਂ ਕਰ ਰਿਹਾ, ਤਾਂ ਮੈਂ ਸ਼ਰਟ ਦਾ ਉਪਭੋਗ ਕਰ ਰਿਹਾ। ਮੈਂ ਸਪੈਕਸ ਲਾਈ ਹੋਈ ਹੈ ਤਾਂ ਮੈਂ ਕਹਾਂਗਾ ਮੈਂ ਸਪੈਕਸ
ਜਿਹੜੀ ਹੈ ਉਹਦਾ ਵਰਤੋਂ ਕਰ ਰਿਹਾ, ਤਾਂ ਮੈਂ ਕਹਾਂਗਾ ਕਿ ਮੈਂ ਸਪੈਕਸ ਦਾ ਉਪਭੋਗ ਕਰਦਾ ਪਿਆ। ਤਾਂ ਆਪਾਂ ਉਪਭੋਗਤਾ ਜਾਂ ਉਪਭੋਗ ਦਾ ਮਤਲਬ ਜਿਹੜਾ ਹੈ ਉਹ ਖਾਣੇ ਪੀਣੇ ਤੋਂ ਨਹੀਂ ਲੈਣਾ। ਉਪਭੋਗ ਦਾ ਮਤਲਬ ਹੁੰਦਾ ਹੈ ਕਿਸੇ ਵੀ ਚੀਜ਼ ਨੂੰ ਵਰਤਣਾ। ਆਪਾਂ ਦਿਨ ਦੇ ਵਿੱਚ ਪਤਾ ਨਹੀਂ ਕਿੰਨੀਆਂ ਚੀਜ਼ਾਂ ਵਰਤਦੇ ਆ। ਅਗਰ ਤੁਸੀਂ ਇਸ ਟਾਈਮ ਕਿਸੇ ਕੁਰਸੀ ਤੇ ਬੈਠੇ ਹੋ ਤਾਂ ਤੁਸੀਂ ਕੁਰਸੀ ਦਾ ਉਪਭੋਗ ਕਰ ਰਹੇ ਹੋ। ਜੇ ਤੁਸੀਂ ਕਿਸੇ ਬੈਂਚ ਤੇ ਬੈਠੇ ਹੋ ਤਾਂ ਤੁਸੀਂ ਬੈਂਚ ਦਾ ਉਪਭੋਗ ਕਰ ਰਹੇ ਹੋ। ਤੁਹਾਡੇ ਹੱਥ 'ਚ ਕਾਪੀ ਹੈ, ਤੁਸੀਂ ਕਾਪੀ ਦਾ ਉਪਭੋਗ ਕਰ ਰਹੇ ਹੋ। ਤੁਹਾਡੇ ਹੱਥ 'ਚ ਪੈਨ ਹੈ, ਤੁਸੀਂ ਪੈਨ ਦਾ ਉਪਭੋਗ ਕਰ ਰਹੇ ਹੋ। ਤੁਸੀਂ ਚੱਪਲ ਜਾਂ ਬੂਟ ਪਾਏ ਹੈ, ਤੁਸੀਂ ਉਹਦਾ ਉਪਭੋਗ ਕਰ ਰਹੇ ਹੋ। ਠੀਕ ਹੈ, ਤਾਂ ਆਪਾਂ ਇਹ ਸਾਰੀਆਂ ਚੀਜ਼ਾਂ ਦਾ ਕੀ ਕਰਦੇ ਆ, ਉਪਭੋਗ ਕਰਦੇ ਆ। ਮਤਲਬ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਦੀ ਕੀ ਕਰਦੇ ਆ, ਵਰਤੋਂ ਕਰਦੇ ਆ। ਤਾਂ ਆਪਾਂ ਸਾਰੇ ਕੌਣ ਆ, ਆਪਾਂ ਸਾਰੇ ਉਪਭੋਗਤਾ ਹੈਗੇ ਆ। ਠੀਕ ਹੈ, ਤਾਂ ਉਪਭੋਗ ਦਾ ਮਤਲਬ ਖਾਣਾ ਨਹੀਂ ਹੁੰਦਾ। ਉਪਭੋਗ ਦਾ ਮਤਲਬ ਕੀ ਹੈ, ਕਿਸੇ ਵੀ ਚੀਜ਼ ਨੂੰ ਵਰਤਣਾ। ਠੀਕ ਹੋ ਗਿਆ। ਹੁਣ ਕੁਐਸਚਨ ਉੱਠਿਆ ਵੀ ਆਪਾਂ ਕਿਸੇ ਵੀ ਚੀਜ਼ ਦਾ ਉਪਭੋਗ ਕਿਉਂ ਕਰਦੇ ਆ, ਜਾਂ ਆਪਾਂ ਕਿਸੇ ਵੀ ਚੀਜ਼ ਨੂੰ ਵਰਤੋਂ ਦੇ ਵਿੱਚ ਕਿਉਂ ਲਿਆਉਂਦੇ ਆ। ਹੁਣ ਸੋਚੋ ਕਿ ਮੈਂ ਇਸ ਬੋਰਡ ਦੇ ਉੱਪਰ ਲਿਖਣਾ ਹੈ, ਤਾਂ ਮੈਂ ਇਹਦੇ ਵਾਸਤੇ ਬਾਲ ਪੈਨ ਕਿਉਂ ਨਹੀਂ ਵਰਤਿਆ? ਕਿਉਂਕਿ ਮੈਨੂੰ ਪਤਾ ਹੈ ਕਿ ਜਿਹੜਾ ਬਾਲ ਪੈਨ ਹੈ ਉਹ ਮੇਰੀ ਜ਼ਰੂਰਤ ਨੂੰ ਪੂਰਾ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਕਿਉਂਕਿ ਜੇਕਰ ਮੈਂ ਇਸ ਬੋਰਡ ਤੇ ਲਿਖਣਾ ਹੈ ਉਹਦੇ ਵਾਸਤੇ ਬਾਲ ਪੈਨ ਕੰਮ ਨਹੀਂ ਆਏਗਾ, ਜਾਂ ਇਸ ਵਾਈਟ ਬੋਰਡ ਤੇ ਲਿਖਣਾ ਹੈ ਤਾਂ ਚੌਕ ਕੰਮ ਨਹੀਂ ਆਏਗਾ। ਅਗਰ ਇਸ ਵਾਈਟ ਬੋਰਡ ਤੇ ਲਿਖਣਾ ਹੈ ਤਾਂ ਉਹਦੇ ਵਾਸਤੇ ਮੈਨੂੰ ਮਾਰਕਰ ਦੀ ਲੋੜ ਹੈ। ਮਾਰਕਰ ਜੇ ਮੈਨੂੰ ਇਹਦੀ ਲੋੜ ਹੈ ਤਾਂ ਮੈਂ ਇਹਦੀ ਹੀ ਵਰਤੋਂ ਕਰਾਂਗਾ। ਸੋਚੋ ਅਗਰ ਮੈਨੂੰ ਪਿਆਸ ਲੱਗੀ ਹੈ ਤਾਂ ਕੀ ਮੈਂ ਰੋਟੀ ਖਾਵਾਂਗਾ? ਨਹੀਂ। ਕਿਉਂ? ਕਿਉਂਕਿ ਮੈਨੂੰ ਪਤਾ ਹੈ ਕਿ ਜੇਕਰ ਮੈਨੂੰ ਪਿਆਸ ਲੱਗੀ ਹੈ ਤਾਂ ਪਿਆਸ ਲੱਗਣ ਦੇ ਟਾਈਮ ਤੇ ਮੈਨੂੰ ਪਾਣੀ ਪੀਣ ਦੀ ਲੋੜ ਹੈ, ਮੈਨੂੰ ਰੋਟੀ ਖਾਣ ਦੀ ਲੋੜ ਨਹੀਂ ਹੈਗੀ। ਤਾਂ ਮੈਂ ਕੀ ਕਰਾਂਗਾ, ਮੈਂ ਪਾਣੀ ਦੀ ਵਰਤੋਂ ਕਰਾਂਗਾ। ਜੇਕਰ ਮੇਰਾ ਪੇਟ ਦਰਦ ਹੋਏਗਾ ਤਾਂ ਮੈਂ ਸਿਰ ਦਰਦ ਦੀ ਦਵਾਈ ਨਹੀਂ ਲਵਾਂਗਾ। ਕਿਉਂ? ਕਿਉਂਕਿ ਮੈਨੂੰ ਪਤਾ ਹੈ ਅਗਰ ਪੇਟ ਦਰਦ ਹੈ ਤਾਂ ਉਹਦੀ ਦਵਾਈ ਹੋਰ ਹੈ, ਸਿਰ ਦਰਦ ਜਿਹੜੀ ਹੈ ਉਹਦੀ ਦਵਾਈ ਹੋਰ ਹੈ। ਤਾਂ ਆਪਾਂ ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਾਂ ਜਾਂ ਕਿਹੜੀਆਂ ਚੀਜ਼ਾਂ ਦਾ ਉਪਭੋਗ ਕਰਦੇ ਹਾਂ, ਉਹ ਸਾਰੀਆਂ ਚੀਜ਼ਾਂ ਦੀ ਵਰਤੋਂ ਕਰਾਂਗੇ ਜਿਹੜੀਆਂ ਚੀਜ਼ਾਂ ਕੀ ਕਰਨਗੀਆਂ, ਆਪਣੀਆਂ ਜਿਹੜੀਆਂ ਜ਼ਰੂਰਤਾਂ ਨੇ ਉਹਨਾਂ ਨੂੰ ਪੂਰਾ ਕਰਨਗੀਆਂ। मतलब अगर मैनू लगता है भी कोई भी चीज मेरी जरूरत नू पूरा नहीं करती, मैं उन्हें क्यों वरतांगा? सोचने की गल है। अगर मैं ये कहना कि मैं चाह नहीं पींदा, इसका मतलब कि मैनू चाह की कोई जरूरत नहीं है। क्यों? मैनू पता है भी चाह जिहड़ी है वो मेरी जरूरत की पूर्ति नहीं करती, मेरी जरूरत नू पूरा नहीं करती, तो मैं चाह क्यों पीआंगा? अगर मैं शाकाहारी हाँ तो फिर मैं जो नॉन वेज क्यों खावांगा? क्योंकि मैनू उनकी लोड़ ही नहीं है। ਤਾਂ ਹਮੇਸ਼ਾ ਆਪਾਂ ਕਿਹੜੀਆਂ ਚੀਜ਼ਾਂ ਦੀ ਵਰਤੋਂ ਕਰਦੇ ਆ, ਸਿਰਫ ਉਹਨਾਂ ਚੀਜ਼ਾਂ ਦੀ ਜਿਹੜੀਆਂ ਕੀ ਕਰਦੀਆਂ ਨੇ, ਮੇਰੀਆਂ ਜ਼ਰੂਰਤਾਂ ਨੂੰ ਪੂਰਾ ਕਰਨਗੀਆਂ। ਤਾਂ ਉਪਭੋਗਤਾ ਕੌਣ ਹੋਏਗਾ? ਜਿਹੜਾ ਕੀ ਕਰੇਗਾ, ਉਪਭੋਗ ਕਰੇਗਾ। ਮਤਲਬ ਕਿਸੇ ਨਾ ਕਿਸੇ ਚੀਜ਼ ਦੀ ਵਰਤੋਂ ਕਰੇਗਾ। ਕਿਹੜੀ ਚੀਜ਼ ਦੀ ਵਰਤੋਂ ਕਰੇਗਾ? ਜਿਹੜੀ ਉਹਦੀ ਜ਼ਰੂਰਤ ਨੂੰ ਪੂਰਾ ਕਰੇਗੀ। ਜਦੋਂ ਉਹ ਵਿਅਕਤੀ ਉਸ ਚੀਜ਼ ਦੀ ਵਰਤੋਂ ਕਰ ਲੇਗਾ ਤਾਂ ਕੀ ਹੋਏਗਾ, ਉਹਦੀ ਜ਼ਰੂਰਤ पूरी हो जाएगी। ਤਾਂ ਉਪਭੋਗਤਾ ਕੌਣ ਹੁੰਦਾ ਹੈ? ਇੱਕ ਐਜਾ ਵਿਅਕਤੀ, ਇੱਕ ਐਜੀ ਸੰਸਥਾ ਜਿਹੜੇ ਕੀ ਕਰਦੇ ਹੈ, ਅਲੱਗ-ਅਲੱਗ ਕੀ ਹੋਏਗਾ। ਹੁਣ ਮੈਂ ਦੋ ਵਰਡ ਲਿਖਣ ਲੱਗਿਆ। ਪਹਿਲਾ ਤਾਂ ਹੋਏਗਾ ਅਲੱਗ-ਅਲੱਗ ਵਸਤੂਆਂ। ठीक है, अलग अलग वस्तुओं की वरतों करनगे। वस्तुआं मतलब आ मार्कर हो गया, आ शर्ट होगी, स्पेक्स होगी, बोर्ड हो गया। ठीक है, मैं कहां कि मेरी जेब च पर्स है, वो हो गया। मैं शूज पाए हुए हैं, वो हो गया। मैं बेल्ट लाई हुई है, वो हो गया। ਤਾਂ ਇਹ ਸਾਰੀਆਂ ਕੀ ਨੇ, ਵਸਤੂਆਂ ਨੇ। ਤਾਂ ਆਪਾਂ ਕੀ ਕਰਦੇ ਆ, ਅਲੱਗ-ਅਲੱਗ ਵਸਤੂਆਂ ਦੀ ਵਰਤੋਂ ਕਰਦੇ ਆ, ਕਿਉਂਕਿ ਆਪਾਂ ਨੂੰ ਲੱਗਦਾ ਹੈ ਕਿ ਇਹ ਜਿਹੜੀਆਂ ਵਸਤੂਆਂ ਨੇ ਇਹ ਆਪਣੀ ਜ਼ਰੂਰਤ ਨੂੰ ਪੂਰਾ ਕਰਦੀਆਂ ਨੇ। ਤਾਂ ਆਪਾਂ ਕੀ ਕਰਦੇ ਆ, ਇਹਨਾਂ ਵਸਤੂਆਂ ਦੀ ਵਰਤੋਂ ਕਰਦੇ ਆ। ਵਸਤੂਆਂ ਦੀ ਵਰਤੋਂ ਕਰਾਂਗੇ ਮਤਲਬ ਆਪਾਂ ਉਹਨਾਂ ਦਾ ਉਪਭੋਗ ਕਰਾਂਗੇ, ਉਹਨਾਂ ਦੀ ਵਰਤੋਂ ਕਰਾਂਗੇ, ਤੇ ਇਹ ਵਸਤੂਆਂ ਕੀ ਕਰਨਗੀਆਂ, ਆਪਣੀਆਂ ਜ਼ਰੂਰਤਾਂ ਨੂੰ ਪੂਰਾ ਜਿਹੜਾ ਉਹ ਕਰ ਦੇਣਗੀਆਂ। ਪਰ ਆਪਾਂ ਸਿਰਫ ਵਸਤੂਆਂ ਤਾਂ ਵਰਤਦੇ ਨਹੀਂ, ਆਪਾਂ ਕੀ ਕਰਦੇ ਹਾਂ, ਵਸਤੂਆਂ ਦੇ ਨਾਲ-ਨਾਲ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਵੀ ਵਰਤਦੇ ਆ। ਸੇਵਾਵਾਂ ਕਿਵੇਂ ਵਰਤਦੇ ਆ? ਦੇਖੋ ਇਸ ਟਾਈਮ ਤੁਸੀਂ ਕੀ ਕਰ ਰਹੇ ਹੋ, ਤੁਹਾਨੂੰ ਜ਼ਰੂਰਤ ਮਹਿਸੂਸ ਹੋਈ ਕਿ ਸਾਨੂੰ ਉਪਭੋਗਤਾ ਸੰਤੁਲਨ ਜਿਹੜਾ ਹੈ ਉਹਦਾ ਪਾਠ ਸਮਝਣਾ ਹੈ। ਤਾਂ ਤੁਸੀਂ ਕੀ ਕੀਤਾ, ਇਹ ਮੇਰਾ ਜਿਹੜਾ ਲੈਕਚਰ ਦੇਖ ਰਹੇ ਹੋ ਇਸ ਟਾਈਮ ਤੇ, ਮਤਲਬ ਤੁਸੀਂ ਮੇਰੇ ਲੈਕਚਰ ਦੀ ਕੀ ਕਰ ਰਹੇ ਹੋ, ਵਰਤੋਂ ਕਰ ਰਹੇ ਹੋ। ਜੇ ਮੇਰੇ ਲੈਕਚਰ ਦੀ ਵਰਤੋਂ ਕਰ ਰਹੇ ਹੋ ਨਾ, ਤਾਂ ਮੈਂ ਤੁਹਾਡੇ ਹੱਥ 'ਚ ਕੁਝ ਨਹੀਂ ਫੜਾਉਂਦਾ ਪਿਆ। ਮੈਂ ਕੀ ਕਰ ਰਿਹਾ, ਮੈਂ ਤੁਹਾਨੂੰ ਆਦੀਆਂ ਸੇਵਾਵਾਂ ਦੇ ਰਿਹਾ, ਤਾਂ ਤੁਸੀਂ ਮੇਰੀਆਂ ਸੇਵਾਵਾਂ ਦੀ ਵਰਤੋਂ ਵੀ ਕਰਦੇ ਪਏ ਹੋ। ਅਗਰ ਆਪਾਂ ਇੱਕ ਡਾਕਟਰ ਕੋਲ ਜਾਂਦੇ ਆ ਤਾਂ ਡਾਕਟਰ ਕੀ ਕਰਦਾ ਹੈ, ਆਪਣਾ ਚੈੱਕਅਪ ਕਰਦਾ ਹੈ। ਚੈੱਕਅਪ ਕਰਕੇ ਆਪਾਂ ਨੂੰ ਦਵਾਈ ਲਿਖ ਕੇ ਦੇ ਦਿੰਦਾ ਹੈ, ਮਤਲਬ ਉਹ ਆਪਣੀਆਂ ਕੀ ਕਰ ਰਿਹਾ, ਸੇਵਾਵਾਂ ਦੇ ਰਿਹਾ।
ਆਪਾਂ ਇੱਕ ਵਕੀਲ ਕੋਲ ਜਾਂਦੇ ਆ, ਉਹ ਆਪਣੀਆਂ ਸੇਵਾਵਾਂ ਦਿੰਦਾ ਹੈ, ਆਪਾਂ ਇੱਕ ਇੰਜੀਨੀਅਰ ਕੋਲ ਜਾਂਦੇ ਆ, ਉਹ ਆਪਣੀਆਂ ਸੇਵਾਵਾਂ ਦਿੰਦਾ ਹੈ। ਤਾਂ ਇਹ ਸਾਰੇ ਲੋਕ ਜਿਹੜੇ ਨੇ ਉਹ ਵੀ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਨੇ, ਪਰ ਇਹ ਆਪਾਂ ਨੂੰ ਕੋਈ ਵਸਤੂਆਂ ਨਹੀਂ ਦਿੰਦੇ। ਇਹ ਕੀ ਕਰਦੇ ਆ, ਇਹ ਲੋਕ ਆਪਾਂ ਨੂੰ ਆਪਣੀਆਂ ਸੇਵਾਵਾਂ ਦਿੰਦੇ ਨੇ। ਅਬ ਹੁਣ ਆਪਾਂ ਇਹਨਾਂ ਕੋਲ ਕਿਉਂ ਜਾਂਦੇ ਆ, ਹੁਣ ਤੁਸੀਂ ਮੇਰੇ ਕੋਲ ਕਿਉਂ ਆਏ, ਜਾਂ ਮੰਨ ਲਓ ਮੈਂ ਕਹਾਂ ਕਿ ਤੁਸੀਂ ਡਾਕਟਰ ਕੋਲ ਕਿਉਂ ਗਏ, ਜਾਂ ਤੁਸੀਂ ਵਕੀਲ ਕੋਲ ਕਿਉਂ ਗਏ, ਇੰਜੀਨੀਅਰ ਕੋਲ ਕਿਉਂ ਗਏ। ਇਸ ਵਾਸਤੇ ਗਏ ਕਿਉਂਕਿ ਆਪਾਂ ਨੂੰ ਉਹਨਾਂ ਦੀਆਂ ਸੇਵਾਵਾਂ ਦੀ ਲੋੜ ਸੀ। ਆਪਾਂ ਉਹਨਾਂ ਕੋਲ ਗਏ, ਉਹਨਾਂ ਨੇ ਆਪਾਂ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ, ਆਪਣੀ ਜ਼ਰੂਰਤ ਪੂਰੀ ਹੋ ਗਈ, ਤਾਂ ਆਪਾਂ ਕਹਾਂਗੇ ਆਪਾਂ ਉਹਨਾਂ ਦੀਆਂ ਸੇਵਾਵਾਂ ਦਾ ਕੀ ਕੀਤਾ, ਉਪਭੋਗ ਕੀਤਾ। ਯਾਨੀ ਉਪਭੋਗ ਕੀ ਹੋਇਆ ਕਿ ਵਰਤੋਂ ਵਿੱਚ ਲਿਆਉਣਾ ਕਿਸ ਚੀਜ਼ ਨੂੰ, ਵਸਤੂਆਂ ਨੂੰ ਵੀ ਤੇ ਸੇਵਾਵਾਂ ਨੂੰ ਵੀ, ਦੋਨਾਂ ਨੂੰ। ਆਪਾਂ ਉਪਭੋਗ ਵਸਤੂਆਂ ਦਾ ਵੀ ਕਰਦੇ ਆ, ਆਪਾਂ ਉਪਭੋਗ ਸੇਵਾਵਾਂ ਦਾ ਵੀ ਕਰਦੇ ਆ। ਜੇ ਆਪਾਂ ਵਸਤੂਆਂ ਤੇ ਸੇਵਾਵਾਂ ਦਾ ਉਪਭੋਗ ਕਰਦੇ ਆ, ਉਹਨਾਂ ਦੀ ਵਰਤੋਂ ਕਰਦੇ ਆ, ਤਾਂ ਕੀ ਹੁੰਦਾ ਹੈ, ਆਪਣੀਆਂ ਜ਼ਰੂਰਤਾਂ ਜਿਹੜੀਆਂ ਨੇ ਉਹ ਪੂਰੀਆਂ ਹੋ ਜਾਂਦੀਆਂ ਨੇ। ਹੁਣ ਸੋਚੋ ਵੀ ਜਦੋਂ ਮੇਰੀ ਕੋਈ ਜ਼ਰੂਰਤ ਸੀ, ਮੈਂ ਉਸ ਜ਼ਰੂਰਤ ਨੂੰ ਪੂਰਾ ਕਰਨ ਵਾਸਤੇ ਜਿਸ ਚੀਜ਼ ਦੀ ਮੈਨੂੰ ਲੋੜ ਸੀ ਮੈਂ ਉਹਦੇ ਕੋਲ ਚਲਾ ਗਿਆ, ਮੇਰੀ ਜ਼ਰੂਰਤ ਪੂਰੀ ਹੋ ਗਈ। ਜਦੋਂ ਮੇਰੀ ਜ਼ਰੂਰਤ ਪੂਰੀ ਹੋਏਗੀ ਤਾਂ ਕੀ ਹੋਊਗਾ, ਮੈਨੂੰ ਮਿਲੇਗੀ ਸੰਤੁਸ਼ਟੀ। ਠੀਕ ਹੈ, ਜਦੋਂ ਆਪਣੀ ਕੋਈ ਵੀ ਜ਼ਰੂਰਤ ਪੂਰੀ ਹੁੰਦੀ ਹੈ ਕੀ ਹੁੰਦਾ ਹੈ, ਆਪਾਂ ਨੂੰ ਉੱਥੋਂ ਕੀ ਮਿਲਦਾ ਹੈ, ਸੰਤੁਸ਼ਟੀ ਮਿਲਦੀ ਹੈ। ਆਪਾਂ ਨੂੰ ਚੰਗਾ ਲੱਗਦਾ ਹੈ, ਵਧੀਆ ਲੱਗਦਾ ਹੈ ਕਿ ਹਾਂ ਚਲੋ ਮੇਰੀ ਜ਼ਰੂਰਤ ਸੀ, ਮੇਰੀ ਜ਼ਰੂਰਤ ਜਿਹੜੀ ਹੈ ਪੂਰੀ ਹੋ ਗਈ। ਮੈਨੂੰ ਪਿਆਸ ਲੱਗੀ ਹੈ, ਮੈਨੂੰ ਪਾਣੀ ਦੀ ਜ਼ਰੂਰਤ ਸੀ, ਮੈਂ ਪਾਣੀ ਪੀਤਾ, ਮੇਰੀ ਪਿਆਸ ਬੁੱਝ ਗਈ, ਮੈਨੂੰ ਵਧੀਆ ਲੱਗਿਆ ਕਿ ਲੈ ਵੀ ਪਾਣੀ ਮਿਲ ਗਿਆ, ਪਰ ਪਿਆਸ ਬੁੱਝ ਗਈ, ਚਲੋ ਹੁਣ ਆਪਾਂ ਬੜੇ ਵਧੀਆ ਹੈਗੇ ਆ। ਤਾਂ ਜਦੋਂ ਵੀ ਆਪਣੀ ਕੋਈ ਵੀ ਜ਼ਰੂਰਤ ਪੂਰੀ ਹੁੰਦੀ ਹੈ, ਉਹਦੇ ਨਾਲ ਕੀ ਹੁੰਦਾ, ਆਪਾਂ ਨੂੰ ਚੰਗਾ ਲੱਗਦਾ ਹੈ, ਮਤਲਬ ਆਪਾਂ ਨੂੰ ਕੀ ਮਿਲਦੀ ਹੈ, ਸੰਤੁਸ਼ਟੀ ਮਿਲਦੀ ਹੈ। ਮਤਲਬ ਕਹਿੰਦਾ ਇਹ ਹੋਇਆ ਵੀ ਜਦੋਂ ਵੀ ਆਪਾਂ ਉਪਭੋਗ ਕਰਦੇ ਆ, ਉਪਭੋਗ ਕਰਨ ਦੇ ਪਿੱਛੇ ਆਪਣਾ ਮੇਨ ਮਕਸਦ ਜਿਹੜਾ ਹੁੰਦਾ ਹੈ ਉਹ ਕੀ ਹੁੰਦਾ ਹੈ, ਸੰਤੁਸ਼ਟੀ ਪ੍ਰਾਪਤ ਕਰਨਾ ਹੁੰਦਾ ਹੈ। ਹੁਣ ਕੀ ਹੋਏਗਾ, ਆਪਾਂ ਸਿਰਫ ਉਹੀ ਚੀਜ਼ਾਂ ਦਾ ਉਪਭੋਗ ਕਰਾਂਗੇ ਜਿਨ੍ਹਾਂ ਤੋਂ ਆਪਾਂ ਨੂੰ ਸੰਤੁਸ਼ਟੀ ਮਿਲੇਗੀ। ਜਿਨ੍ਹਾਂ ਤੋਂ ਆਪਾਂ ਨੂੰ ਸੰਤੁਸ਼ਟੀ ਨਹੀਂ ਮਿਲੇਗੀ ਆਪਾਂ ਉਹਨਾਂ ਦਾ ਉਪਭੋਗ ਨਹੀਂ ਕਰਾਂਗੇ। ਜਿਵੇਂ ਮੈਂ ਹੁਣੇ एग्जांपल ਦਿੱਤੀ ਸੀ ਕਿ ਮੈਂ ਚਾਹ ਕਿਉਂ ਨਹੀਂ ਪੀਂਦਾ, ਕਿਉਂਕਿ ਮੈਨੂੰ ਚਾਹ ਤੋਂ ਕੋਈ ਸੰਤੁਸ਼ਟੀ ਨਹੀਂ ਮਿਲਦੀ, ਮੈਂ ਚਾਹ ਦਾ ਉਪਭੋਗ ਨਹੀਂ ਕਰਦਾ। ਮੈਂ ਨੌਨ ਵੈਜ ਕਿਉਂ ਨਹੀਂ ਖਾਂਦਾ, ਕਿਉਂਕਿ ਮੈਨੂੰ ਨੌਨ ਵੈਜ ਤੋਂ ਕੋਈ ਸੰਤੁਸ਼ਟੀ ਨਹੀਂ ਮਿਲਦੀ, ਤਾਂ ਮੈਂ ਨੌਨ ਵੈਜ ਦਾ ਉਪਭੋਗ ਨਹੀਂ ਕਰਦਾ। ਆਪਾਂ ਸਿਰਫ ਉਹਨਾਂ ਚੀਜ਼ਾਂ ਦੀ ਵਰਤੋਂ ਕਰਾਂਗੇ, ਉਹਨਾਂ ਚੀਜ਼ਾਂ ਦਾ ਉਪਭੋਗ ਕਰਾਂਗੇ ਜਿਨ੍ਹਾਂ ਤੋਂ ਆਪਣੀ ਜ਼ਰੂਰਤ ਪੂਰੀ ਹੁੰਦੀ ਹੋਊਗੀ। ਜੇ ਜ਼ਰੂਰਤ ਪੂਰੀ ਹੋਏਗੀ ਤਾਂ ਆਪਾਂ ਨੂੰ ਸੰਤੁਸ਼ਟੀ ਮਿਲੇਗੀ। ਯਾਨੀ ਇੱਕ ਉਪਭੋਗਤਾ ਦਾ ਮੇਨ ਕੰਮ ਕੀ ਹੈ, ਉਹਦਾ ਮੇਨ ਕੰਮ ਹੈ ਵਸਤੂਆਂ ਤੇ ਸੇਵਾਵਾਂ ਦੀ ਵਰਤੋਂ ਕਰਨਾ ਤਾਂ ਕਿ ਕੀ ਮਿਲ ਸਕੇ, ਜ਼ਰੂਰਤਾਂ ਪੂਰੀਆਂ ਹੋ ਸਕਣ ਤੇ ਨਾਲ ਦੇ ਨਾਲ ਸੰਤੁਸ਼ਟੀ ਜਿਹੜੀ ਹੈ ਉਹ ਮਿਲ ਸਕੇ। ਠੀਕ ਹੋ ਗਿਆ, ਤਾਂ ਇਹ ਸੀ ਕੌਣ, ਉਪਭੋਗਤਾ। ਹੁਣ ਆਪਾਂ ਆਪਣਾ ਦੂਸਰਾ ਸ਼ਬਦ ਜਿਹੜਾ ਹੈ ਉਹ ਪਕੜਦੇ ਹਾਂ ਜੋ ਕਿ ਹੈ ਸੰਤੁਲਨ। ਠੀਕ ਹੈ, ਹੁਣ ਆਪਾਂ ਦੇਖਦੇ ਹਾਂ ਕਿ ਸੰਤੁਲਨ ਕੀ ਚੀਜ਼ ਹੁੰਦੀ ਹੈ। ਤਾਂ ਸੰਤੁਲਨ ਦੀ ਪਹਿਲੀ ਗੱਲ ਇਹ ਹੈ ਕਿ ਸੰਤੁਲਨ ਨੂੰ ਹਮੇਸ਼ਾ ਨਾ ਆਪਾਂ ਇੱਕ ਬਿੰਦੂ ਦੇ ਤੌਰ ਤੇ ਜਿਹੜਾ ਹੈ ਉਹ ਪਰਿਭਾਸ਼ਿਤ ਕਰਦੇ ਹਾਂ। ਬਿੰਦੂ ਦਾ ਮਤਲਬ ਕੀ ਹੈ, ਮੰਨ ਲਓ ਮੈਂ ਕਹਾਂ ਕਿ ਇੱਥੇ ਮੈਂ ਆ ਇੱਕ ਡਾਟ ਬਣਾਤੀ, ਆ ਇੱਕ ਬਿੰਦੂ ਹੋ ਗਿਆ, ਤਾਂ ਮੈਂ ਕਹਾਂਗਾ ਆ ਬਿੰਦੂ ਜਿਹੜਾ ਹੈ ਇਹ ਕੀ ਹੈ, ਇਹ ਸੰਤੁਲਨ ਦਾ ਬਿੰਦੂ ਹੈ। ਸੰਤੁਲਨ ਕੀ ਹੁੰਦਾ ਹੈ, ਬੈਲੈਂਸ। ਠੀਕ ਹੈ, ਬੈਲੈਂਸ ਹੁੰਦਾ ਨਾ ਵੀ ਨਾ ਆਪਾਂ ਐ ਜਾਣਾ ਤੇ ਨਾ ਆਪਾਂ ਐ ਜਾਣਾ, ਆਪਾਂ ਇੱਥੇ ਹੈਗੇ ਆ ਬਿਲਕੁਲ ਬੈਲੈਂਸ ਦੇ ਵਿੱਚ। ਹੁਣ ਸੋਚੋ ਵੀ ਅਗਰ ਆਪਾਂ ਬਿਲਕੁਲ ਬੈਲੈਂਸ ਤੇ ਖੜੇ ਆ, ਸੋਚ ਕੇ ਦੇਖੋ ਵੀ ਤੁਸੀਂ ਇੱਕ ਪਹਾੜੀ ਤੇ ਖੜੇ ਹੋ, ਇਸ ਤਰ੍ਹਾਂ, ਇਹ ਇਸ ਤਰ੍ਹਾਂ ਆ ਪਹਾੜ ਹੈ, ਤੁਸੀਂ ਪਹਾੜ ਦੇ ਇੱਥੇ ਖੜੇ ਹੋ ਉੱਪਰ ਬਿਲਕੁਲ ਇਸ ਬਿੰਦੂ ਤੇ। ਠੀਕ ਹੈ, ਹੁਣ ਕੀ ਹੋਏਗਾ, ਤੁਸੀਂ ਕੀ ਇਸ ਪਾਸੇ ਜਾਣਾ ਚਾਹੋਗੇ? ਜੇ ਇਸ ਪਾਸੇ ਜਾਣਾ ਚਾਹੋਗੇ ਤਾਂ ਪਹਾੜ ਤੋਂ ਥੱਲੇ ਡਿੱਗੋਗੇ, ਜੇ ਇਸ ਪਾਸੇ ਜਾਣਾ ਚਾਹੋਗੇ ਤਾਂ ਵੀ ਪਹਾੜ ਤੋਂ ਥੱਲੇ ਡਿੱਗੋਗੇ। ਕੀ ਤੁਸੀਂ ਇੱਥੇ ਬਦਲਾਵ ਚਾਹੋਗੇ? ਤੁਸੀਂ ਇਹ ਚਾਹੋਗੇ ਕਿ ਜਿੱਥੇ ਮੈਂ ਖੜਾ ਉੱਥੋਂ ਮੈਂ ਇੱਕ ਪੈਰ ਪਿੱਛੇ ਕਰਾਂ ਜਾਂ ਇੱਕ ਪੈਰ ਅੱਗੇ ਕਰਾਂ? ਬਿਲਕੁਲ ਵੀ ਨਹੀਂ। ਕਿਉਂ? ਕਿਉਂਕਿ ਜੇ ਇੱਕ ਪੈਰ ਪਿੱਛੇ ਕੀਤਾ ਤਾਂ ਵੀ ਥੱਲੇ ਡਿੱਗਾਂਗੇ, ਤੇ ਜੇ ਇੱਕ ਪੈਰ ਅੱਗੇ ਕੀਤਾ ਤਾਂ ਵੀ ਥੱਲੇ ਡਿੱਗਾਂਗੇ। ਤਾਂ ਆਪਾਂ ਜਿੱਥੇ ਹੈਗੇ ਆ ਉੱਥੇ ਹੀ ਖੜੇ ਰਾਂਗੇ। ਮਤਲਬ ਆਪਾਂ ਕਹਾਂਗੇ ਕਿ ਆਪਾਂ ਕੀ ਹੈਗੇ ਆ, ਸੰਤੁਲਨ ਦੇ ਵਿੱਚ ਹੈਗੇ ਆ। ਤਾਂ ਸੰਤੁਲਨ ਦੀ ਪਹਿਲੀ ਗੱਲ ਇਹ ਹੈ ਕਿ ਸੰਤੁਲਨ ਕੀ ਹੁੰਦਾ ਹੈ, ਇੱਕ ਇਹ ਜਿਹਾ ਬਿੰਦੂ ਹੁੰਦਾ ਹੈ ਜਿੱਥੋਂ ਕਿਸੇ ਵੀ ਤਰ੍ਹਾਂ ਦਾ ਬਦਲਾਵ ਪਸੰਦ ਨਹੀਂ ਕੀਤਾ ਜਾਂਦਾ। ਠੀਕ ਹੈ, ਤਾਂ ਕੀ ਹੋਏਗਾ, ਇੱਕ ਇਹ ਜਿਹਾ ਬਿੰਦੂ ਹੋਏਗਾ ਕਿ ਜਿਸ ਤੋਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਬਦਲਾਵ ਹੈ ਉਹ ਪਸੰਦ ਨਹੀਂ ਕੀਤਾ ਜਾਵੇਗਾ। ਠੀਕ ਹੈ,
ਹੁਣ ਆਪਾਂ ਕਿਹਾ ਵੀ ਜਿਹੜਾ ਸੰਤੁਲਨ ਹੈ ਉਹ ਇੱਕ ਐਜਾ ਬਿੰਦੂ ਹੈ ਜਿਸ ਤੋਂ ਕਿਸੇ ਵੀ ਤਰ੍ਹਾਂ ਦਾ ਬਦਲਾਵ ਪਸੰਦ ਨਹੀਂ ਕੀਤਾ ਜਾਏਗਾ। ਹੁਣ ਇਹਦਾ ਕੀ ਮਤਲਬ ਹੋਇਆ, ਸੋਚ ਕੇ ਦੇਖੋ, ਅਗਰ ਮੈਂ ਕਹਾਂ ਕਿ ਮੈਂ ਅੱਜ ਜਿਸ ਹਾਲਤ ਦੇ ਵਿੱਚ ਹੈਗਾ, ਮੈਂ ਕਹਿੰਦਾ ਕਿ ਨਹੀਂ, ਮੈਂ ਨਾ ਆਦੀ ਨੌਕਰੀ ਤੋਂ ਸੰਤੁਸ਼ਟ ਨਹੀਂ ਹੈਗਾ, ਮੈਂ ਨਾ ਆਦੀ ਨੌਕਰੀ ਬਦਲਣਾ ਚਾਹਨਾ, ਤਾਂ ਮੈਂ ਤਾਂ ਬਦਲਾਵ ਚਾਹਨਾ ਹੈ ਨਾ। ਤਾਂ ਮੈਂ ਬਦਲਾਵ ਕਿਉਂ ਚਾਹਨਾ, ਕਿਉਂਕਿ ਮੈਨੂੰ ਲੱਗਦਾ ਹੈ ਵੀ ਜਿਹੜੀ ਨੌਕਰੀ ਦੇ ਵਿੱਚ ਇਸ ਟਾਈਮ ਮੈਂ ਬੈਠਾ, ਅਗਰ ਮੈਂ ਇਹਨੂੰ ਛੱਡ ਕੇ ਕਿਸੇ ਦੂਜੀ ਨੌਕਰੀ ਤੇ ਜਾਊਂਗਾ ਤਾਂ ਮੈਨੂੰ ਉੱਥੇ ਜ਼ਿਆਦਾ ਤਨਖਾਹ ਮਿਲੇਗੀ, ਠੀਕ ਹੈ, ਮੇਰੀ ਇੱਜ਼ਤ ਜ਼ਿਆਦਾ ਹੋਏਗੀ, ਮੈਨੂੰ ਜ਼ਿਆਦਾ ਸੁਵਿਧਾਵਾਂ ਮਿਲਣਗੀਆਂ, ਤਾਂ ਮੈਂ ਬਿਲਕੁਲ ਬਦਲਾਵ ਚਾਹਾਂਗਾ। ਪਰ ਅਗਰ ਮੈਨੂੰ ਲੱਗਦਾ ਹੈ ਕਿ ਜਿਸ ਨੌਕਰੀ ਤੇ ਅੱਜ ਮੈਂ ਬੈਠਾ ਉਹ ਨੌਕਰੀ ਸਭ ਤੋਂ ਵਧੀਆ ਹੈ, ਇਸ ਤੋਂ ਵਧੀਆ ਨੌਕਰੀ ਮੈਨੂੰ ਮਿਲ ਹੀ ਨਹੀਂ ਸਕਦੀ, ਤਾਂ ਮੈਂ ਕਿਉਂ ਬਦਲਾਵ ਚਾਹਾਂਗਾ। ਗੱਲ ਸੋਚਣ ਵਾਲੀ ਹੈ ਵੀ ਜਦੋਂ ਆਪਾਂ ਇਹ ਕਹਿੰਦੇ ਆ ਵੀ ਕੋਈ ਵੀ ਬੰਦਾ ਕਿਸੇ ਵੀ ਤਰ੍ਹਾਂ ਦਾ ਬਦਲਾਵ ਪਸੰਦ ਨਹੀਂ ਕਰਦਾ, ਇਹਦਾ ਮਤਲਬ ਇਹ ਹੁੰਦਾ ਹੈ ਕਿ ਉਹ ਜਿਸ ਹਾਲਤ ਦੇ ਵਿੱਚ ਇਸ ਟਾਈਮ ਹੈਗਾ ਉਹ ਆਪਣੇ ਆਪ ਨੂੰ ਉਸ ਹਾਲਤ ਦੇ ਵਿੱਚ ਸਭ ਤੋਂ ਵਧੀਆ ਸਮਝਦਾ ਹੈ। ਉਹਨੂੰ ਲੱਗਦਾ ਹੈ ਵੀ ਇਸ ਤੋਂ ਵਧੀਆ ਕੁਝ ਹੋ ਹੀ ਨਹੀਂ ਸਕਦਾ, ਤਾਂ ਮੈਂ ਕਿਉਂ ਬਦਲਾਵ ਖਾਵਾਂਗਾ। ਕਿਉਂਕਿ ਜੇਕਰ ਉਹਨੂੰ ਲੱਗਦਾ ਹੈ ਕਿ ਮੈਂ ਥੋੜਾ ਜਿਹਾ ਅੱਗੇ ਜਾਣਾ ਤਾਂ ਮੈਂ ਵਧੀਆ ਹੋ ਸਕਦਾ, ਮੈਂ ਥੋੜਾ ਜਿਹਾ ਪਿੱਛੇ ਜਾਣਾ ਤਾਂ ਵੀ ਵਧੀਆ ਹੋ ਸਕਦਾ, ਤਾਂ ਮੈਂ ਉਹ ਬਿਲਕੁਲ ਜਾਏਗਾ। ਜੇ ਉਹਨੂੰ ਅੱਗੇ ਜਾਣ ਨਾਲ ਵਧੀਆ ਫੀਲਿੰਗ ਆਉਂਦੀ ਹੈ ਉਹ ਅੱਗੇ ਜਾਏਗਾ, ਜੇ ਉਹਨੂੰ ਲੱਗਦਾ ਕਿ ਪਿੱਛੇ ਹਟ ਜਾਈਏ ਤਾਂ ਵਧੀਆ ਹੋ ਸਕਦੇ ਆ ਉਹ ਪਿੱਛੇ ਵੀ ਹਟੂਗਾ। ਪਰ ਜੇ ਉਹਨੂੰ ਲੱਗਦਾ ਕਿ ਜਿਸ ਹਾਲਤ 'ਚ ਮੈਂ ਖੜਾ ਬਿਲਕੁਲ ਸਿੱਧਾ ਇੱਥੇ ਮੈਂ ਸਭ ਤੋਂ ਵਧੀਆ, ਜੇ ਮੈਂ ਅੱਗੇ ਗਿਆ ਤਾਂ ਵੀ ਖਰਾਬ ਹੋਊਂਗਾ, ਜੇ ਮੈਂ ਪਿੱਛੇ ਗਿਆ ਮੈਂ ਤਾਂ ਵੀ ਖਰਾਬ ਹੋਊਂਗਾ, ਤਾਂ ਉਹ ਬਿਲਕੁਲ ਨਹੀਂ ਚੇਂਜ ਆਏਗਾ, ਉੱਥੇ ਹੀ ਖੜਾ ਹੋਊਗਾ। ਤਾਂ ਮੈਂ ਕਹਾਂਗਾ ਉਹ ਵਿਅਕਤੀ ਕੀ ਹੋਏਗਾ, ਸੰਤੁਲਨ ਦੇ ਵਿੱਚ ਹੋਏਗਾ। ਤਾਂ ਸੰਤੁਲਨ ਦਾ ਮਤਲਬ ਹੈ ਇੱਕ ਐਜੀ ਸਥਿਤੀ ਜਿੱਥੇ ਇੱਕ ਵਿਅਕਤੀ ਆਦੇ ਆਪ ਨੂੰ ਸਭ ਤੋਂ ਵਧੀਆ ਹਾਲਾਤ ਦੇ ਵਿੱਚ ਸਮਝਦਾ ਹੈ, ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਵ ਕਰਨਾ ਪਸੰਦ ਨਹੀਂ ਕਰਦਾ, ਤਾਂ ਆਪਾਂ ਕਹਾਂਗੇ ਉਹ ਕੀ ਹੋ ਗਿਆ, ਸੰਤੁਲਨ ਚ ਹੋ ਗਿਆ। ਤਾਂ ਹੁਣ ਆਪਣੇ ਕੋਲ ਕੀ ਹੋਏ, ਆਪਣੇ ਕੋਲ ਦੋ ਸ਼ਬਦ ਆ ਗਏ, ਆਪਾਂ ਉਪਭੋਗਤਾ ਦਾ ਮੀਨਿੰਗ ਅਲੱਗ ਕਰ ਲਿਆ, ਆਪਾਂ ਸੰਤੁਲਨ ਦਾ ਮੀਨਿੰਗ ਅਲੱਗ ਕਰ ਲਿਆ। ਹੁਣ ਆਪਾਂ ਕੀ ਕਰਦੇ ਆ, ਇਹਨਾਂ ਦੋਨਾਂ ਨੂੰ ਕੀ ਕਰਦੇ ਆ, ਇਕੱਠਾ ਕਰ ਦਿੰਦੇ ਆ, ਠੀਕ ਹੈ। ਹੁਣ ਇਕੱਠਾ ਕਿਵੇਂ ਕਰਾਂਗੇ, ਉਹ ਕਹਿੰਦਾ ਵੀ ਹੁਣ ਇਹ ਦੇਖੋ ਵੀ ਜੋ ਵੀ ਸੰਤੁਲਨ ਚ ਤੁਸੀਂ ਗੱਲ ਕਰ ਰਹੇ ਹੋ ਉਹ ਸੰਤੁਲਨ ਦੇ ਵਿੱਚ ਕੌਣ ਹੈ, ਉਹ ਕਹਿੰਦਾ ਸੰਤੁਲਨ ਚ ਹੈਗਾ ਉਪਭੋਗਤਾ। ਮਤਲਬ ਜਿਹੜਾ ਉਪਭੋਗਤਾ ਹੈ ਉਹ ਕਹਿ ਰਿਹਾ ਕਿ ਮੈਂ ਆਦੇ ਜੋ ਵੀ ਇਸ ਟਾਈਮ ਦੇ ਜੋ ਵੀ ਵਰਤਮਾਨ ਮੇਰੇ ਹਾਲਾਤ ਨੇ, ਮੈਂ ਉਹਨਾਂ ਵਰਤਮਾਨ ਹਾਲਾਤਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਬਦਲਾਵ ਕਰਨਾ ਪਸੰਦ ਨਹੀਂ ਕਰਦਾ, ਠੀਕ ਹੈ। ਹੁਣ ਉਪਭੋਗਤਾ ਕਹਿ ਰਿਹਾ ਹੈ, ਇੱਥੇ ਦੇਖੋ ਉਪਭੋਗਤਾ ਸੰਤੁਲਨ, ਯਾਨੀ ਉਪਭੋਗਤਾ ਕਹਿ ਰਿਹਾ ਕਿ ਮੈਂ ਕੀ ਹਾਂ, ਮੈਂ ਸੰਤੁਲਨ ਚ ਹਾਂ, ਮੈਂ ਬਦਲਾਵ ਨਹੀਂ ਚਾਹੁੰਦਾ। ਮਤਲਬ ਉਪਭੋਗਤਾ ਦਾ ਕੰਮ ਕੀ ਹੋਇਆ, ਵਸਤੂਆਂ ਤੇ ਸੇਵਾਵਾਂ ਦਾ ਉਪਭੋਗ ਕਰਨਾ, ਉਹਨਾਂ ਦੀ ਵਰਤੋਂ ਕਰਨਾ। ਉਪਭੋਗਤਾ ਇਹ ਕਹਿੰਦਾ ਪਿਆ ਵੀ ਜਿਸ ਹਾਲਤ 'ਚ ਮੈਂ ਹੈਗਾ, ਜਿੰਨੀਆਂ ਵਸਤੂਆਂ ਦਾ, ਜਿੰਨੀਆਂ ਸੇਵਾਵਾਂ ਦਾ ਮੈਂ ਉਪਭੋਗ ਕਰ ਰਿਹਾ, ਮੈਂ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਬਦਲਾਵ ਨਹੀਂ ਚਾਹੁੰਦਾ, ਤਾਂ ਮੈਂ ਕੀ ਹਾਂ, ਮੈਂ ਸੰਤੁਲਨ 'ਚ ਹਾਂ। ਹੁਣ ਸੋਚੋ, ਅਗਰ ਮੈਂ ਉਪਭੋਗਤਾ ਤੇ ਮੈਂ ਕਹਿੰਦਾ ਪਿਆ ਕਿ ਮੈਂ ਤਾਂ ਬਦਲਾਵ ਨਹੀਂ ਚਾਹੁੰਦਾ, ਇਹਦਾ ਮਤਲਬ ਕੀ ਹੋਊਗਾ, ਇਹਦਾ ਮਤਲਬ ਇਹ ਹੋਏਗਾ ਕਿ ਮੈਨੂੰ ਇਹ ਲੱਗਦਾ ਹੈ ਕਿ ਜਿਸ ਹਾਲਤ 'ਚ ਮੈਂ ਹੈਗਾ ਜਾਂ ਜਿੰਨੀਆਂ ਚੀਜ਼ਾਂ ਦਾ ਮੈਂ ਉਪਭੋਗ ਕਰ ਰਿਹਾ ਇਸ ਟਾਈਮ ਤੇ, ਉਹ ਜਿਹੜੀਆਂ ਚੀਜ਼ਾਂ ਨੇ ਉਹ ਮੈਨੂੰ ਵੱਧ ਤੋਂ ਵੱਧ ਸੰਤੁਸ਼ਟੀ ਦੇ ਰਹੀਆਂ ਨੇ, ਤੇ ਮੈਂ ਉਹਦੇ ਵਿੱਚ ਬਦਲਾਵ ਕਰਨਾ ਨਹੀਂ ਚਾਹੁੰਦਾ। ਹੁਣ ਸੋਚੋ ਵੀ ਅਗਰ ਮੈਂ ਇਹ ਕਹਿਣਾ ਕਿ ਮੈਂ ਆਦੀ ਸਥਿਤੀ ਦੇ ਵਿੱਚ ਕਿਸੇ ਤਰ੍ਹਾਂ ਦਾ ਬਦਲਾਵ ਕਰਨਾ ਨਹੀਂ ਚਾਹੁੰਦਾ, ਇਹਦਾ ਮਤਲਬ ਕੀ ਹੈ ਕਿ ਮੈਨੂੰ ਇਹ ਲੱਗਦਾ ਹੈ ਕਿ ਜਿਸ ਹਾਲਤ 'ਚ ਮੈਂ ਹੈਗਾ, ਮਤਲਬ ਮੈਂ ਜਿੰਨੀਆਂ ਵਸਤੂਆਂ ਦਾ ਉਪਭੋਗ ਕਰ ਰਿਹਾ, ਮੈਂ ਜਿੰਨੀਆਂ ਸੇਵਾਵਾਂ ਦਾ ਉਪਭੋਗ ਕਰ ਰਿਹਾ, ਉਹ ਕੀ ਹੈ, ਮੈਨੂੰ ਜਿੰਨੀ ਸੰਤੁਸ਼ਟੀ ਦੇ ਸਕਦੀਆਂ ਨੇ, ਠੀਕ ਹੈ, ਉਸ ਤੋਂ ਵੱਧ ਸੰਤੁਸ਼ਟੀ ਮੈਨੂੰ ਕਿੱਥੋਂ ਮਿਲ ਹੀ ਨਹੀਂ ਸਕਦੀ, ਤਾਂ ਫਿਰ ਮੈਂ ਕਿਉਂ ਬਦਲਾਵ ਚਾਹੂੰਗਾ। ਗੱਲ ਸੋਚਣ ਵਾਲੀ ਹੈ। ਮਤਲਬ ਦੇਖੋ, ਜਦੋਂ ਵੀ ਉਪਭੋਗਤਾ ਉਪਭੋਗ ਕਰੇਗਾ, ਉਹਦੇ ਉਪਭੋਗ ਕਰਨ ਦਾ ਮਕਸਦ ਕੀ ਹੋਏਗਾ, ਉਹਦੇ ਉਪਭੋਗ ਕਰਨ ਦਾ ਮਕਸਦ ਹੋਏਗਾ ਵੀ ਜਿੰਨੀਆਂ ਵੀ ਵਸਤੂਆਂ ਨੇ, ਜਿੰਨੀਆਂ ਵੀ ਸੇਵਾਵਾਂ ਨੇ, ਜਿੰਨਾ ਉਪਭੋਗ ਕਰ ਰਿਹਾ ਉੱਥੋਂ ਉਹਨੂੰ ਕੀ ਮਿਲੇ, ਸੰਤੁਸ਼ਟੀ ਮਿਲੇ। ਹਰੇਕ ਬੰਦਾ ਇਹ ਚਾਹੁੰਦਾ ਹੈ ਕਿ ਮੈਂ ਆਦੀ ਸੰਤੁਸ਼ਟੀ ਵੱਧ ਤੋਂ ਵੱਧ ਕਰ ਲਵਾਂ। ਜਦੋਂ ਮੈਨੂੰ ਇਹ ਲੱਗੇਗਾ ਕਿ ਮੈਂ ਆਦੀ ਸੰਤੁਸ਼ਟੀ ਵੱਧ ਤੋਂ ਵੱਧ ਕਰ ਚੁੱਕਿਆ, ਠੀਕ ਹੈ, ਤਾਂ ਮੈਂ ਕਿਸੇ ਵੀ ਤਰ੍ਹਾਂ ਦਾ ਬਦਲਾਵ ਕਰਨਾ ਕਿਉਂ ਪਸੰਦ ਕਰੂੰਗਾ। ਤਾਂ ਉਪਭੋਗਤਾ ਸੰਤੁਲਨ ਇੱਕ ਐਜੀ ਸਥਿਤੀ ਹੈ, ਠੀਕ ਹੈ। ਆਪਾਂ ਪਰਿਭਾਸ਼ਾ ਲਿਖਦੇ ਆ ਇਸ ਚੀਜ਼ ਦੀ ਵੀ ਉਪਭੋਗਤਾ ਸੰਤੁਲਨ ਕੀ ਹੈ। ਕਹਿੰਦੇ ਜਿਹੜਾ ਉਪਭੋਗਤਾ ਸੰਤੁਲਨ ਹੈ ਤੋਂ ਭਾਵ ਇੱਕ ਅਜਿਹੀ
ਸਥਿਤੀ ਤੋਂ ਹੈ ਜਿਸ ਵਿੱਚ, ਹੁਣ ਇੱਥੋਂ ਮੇਨ ਗੱਲ ਸ਼ੁਰੂ ਹੋਣ ਲੱਗੀ ਹੈ, ਜਿਸ ਵਿੱਚ ਇੱਕ ਉਪਭੋਗਤਾ। ਹੁਣ ਪਹਿਲੀ ਗੱਲ ਤਾਂ ਇਹ ਕਿ ਆਪਾਂ ਇੱਥੇ ਇੱਕ ਉਪਭੋਗਤਾ ਕਿਉਂ ਲਿਖਦੇ ਪਏ ਹਾਂ, ਕਿਉਂਕਿ ਆਪਾਂ ਜੋ ਪੜ੍ਹ ਰਹੇ ਹਾਂ ਉਹ ਆਪਾਂ ਪੜ੍ਹ ਰਹੇ ਹਾਂ ਵਿਅਸ਼ਟੀ ਅਰਥ ਸ਼ਾਸਤਰ, ਤੇ ਵਿਅਸ਼ਟੀ ਅਰਥ ਸ਼ਾਸਤਰ ਜਿਹੜਾ ਹੈ ਉਹਦੇ ਵਿੱਚ ਹਮੇਸ਼ਾ ਇੱਕ ਵਿਅਕਤੀ ਦੀ ਗੱਲ ਹੁੰਦੀ ਹੈ, ਇੱਕ ਤੋਂ ਜ਼ਿਆਦਾ ਆਪਾਂ ਨਹੀਂ ਲੈਣੇ, ਕਿਉਂਕਿ ਆਪਾਂ ਜੇ ਇੱਕ ਤੋਂ ਜ਼ਿਆਦਾ ਜਾਵਾਂਗੇ ਤਾਂ ਕੀ ਹੋ ਜਾਊਗਾ, ਉਹ ਆਪਾਂ ਸਮਸ਼ਟੀ ਅਰਥ ਸ਼ਾਸਤਰ ਜਿਹੜਾ ਹੈ ਉਹਦੇ ਵਿੱਚ ਪਹੁੰਚ ਜਾਾਂਗੇ, ਜਿਸ ਵਿੱਚ ਕੀ ਹੋਊਗਾ, ਇੱਕ ਉਪਭੋਗਤਾ ਕੀ ਹੋਏਗਾ, ਆਪਣੀ ਵਰਤਮਾਨ ਆਮਦਨ। ਠੀਕ ਹੈ, ਹੁਣ ਦੇਖੋ, ਹੁਣ ਮੈਂ ਕਹਿੰਦਾ ਕਿ ਮੈਂ ਕੀ ਕਰ ਰਿਹਾ, ਮੈਂ ਉਪਭੋਗਤਾ ਕਰਨਾ, ਮੈਂ ਉਪਭੋਗਤਾ, ਮੈਂ ਵਸਤੂਆਂ ਦਾ ਉਪਭੋਗ ਕਰਨਾ ਹੈ, ਵਸਤੂਆਂ ਦੀ ਵਰਤੋਂ ਕਰਨੀ ਹੈ। ਜੇ ਵਰਤੋਂ ਕਰਨੀ ਹੈ ਤਾਂ ਕੀ ਕਰਨਾ ਪਏਗਾ, ਉਹਨਾਂ ਵਸਤੂਆਂ ਨੂੰ ਬਾਜ਼ਾਰ ਤੋਂ ਖਰੀਦਣਾ ਪਏਗਾ। ਜੇ ਖਰੀਦਣਾ ਪਏਗਾ ਤਾਂ ਪੈਸੇ ਚਾਹੀਦੇ ਨੇ, ਤਾਂ ਹੁਣ ਆਪਾਂ ਕਿੰਨੀਆਂ ਵਸਤੂਆਂ ਖਰੀਦਾਂਗੇ ਤਾਂ ਉਹ ਡਿਪੈਂਡ ਕਰਦਾ ਹੈ ਆਪਣੀ ਆਮਦਨ ਤੇ। ਜਿੰਨੇ ਕੋ ਆਪਣੇ ਕੋਲ ਪੈਸੇ ਹੋਣਗੇ ਆਪਾਂ ਉਸ ਹਿਸਾਬ ਤੇ ਹੀ ਕੀ ਕਰਾਂਗੇ, ਵੱਖ-ਵੱਖ ਵਸਤੂਆਂ, ਵੱਖ-ਵੱਖ ਸੇਵਾਵਾਂ ਦੀ ਕੀ ਕਰਾਂਗੇ, ਵਰਤੋਂ ਕਰਾਂਗੇ। ਹੁਣ ਇੱਕ ਬੰਦਾ ਕਹਿੰਦਾ ਹੈ ਕਿ ਮੈਨੂੰ ਸੰਤੁਸ਼ਟੀ ਜਿਹੜੀ ਹੈ ਮੇਰੀ ਵੱਧ ਤੋਂ ਵੱਧ ਉਦੋਂ ਹੁੰਦੀ ਹੈ, ਯਾਨੀ ਮੈਂ ਸੰਤੁਲਨ ਚ ਉਦੋਂ ਹੁੰਨਾ ਜਦੋਂ ਮੈਂ ਕੀ ਕਰਾਂਗਾ, ਮੈਂ ਮੈਕਡੋਨਲਡਸ ਦਾ ਪੀਜ਼ਾ ਖਾਊਂਗਾ। ਠੀਕ ਹੈ, ਪਰ ਉਹ ਕਹਿੰਦਾ ਮੇਰੇ ਕੋਲ ਤਾਂ ਮੈਕਡੋਨਲਡਸ ਦਾ ਪੀਜ਼ਾ ਖਾਣ ਦੇ ਪੈਸੇ ਹੀ ਨਹੀਂ ਹੈਗੇ, ਮੈਂ ਤਾਂ ਜਿਹੜਾ 10 ਰੁਪਏ ਦਾ 버ਗਰ ਹੈ ਉਹ ਹੀ ਖਾ ਸਕਦਾ, ਮੇਰੇ ਕੋਲ ਤਾਂ ਹੋਰ ਕੁਝ ਹੈ ਨਹੀਂ। ਤਾਂ ਹੁਣ ਉਹ ਆਦੀ ਸੰਤੁਸ਼ਟੀ ਅਗਰ ਐਵੇਂ ਸੋਚੀ ਜਾਵੇ ਕਿ ਮੇਰੀ ਸੰਤੁਸ਼ਟੀ ਉਦੋਂ ਵੱਧ ਤੋਂ ਵੱਧ ਹੋਏਗੀ ਜਦੋਂ ਮੈਂ ਬੜੇ ਬ੍ਰਾਂਡਡ ਕੱਪੜੇ ਪਾਉਂਗਾ, ਤਾਂ ਉਹਦੇ ਕੋਲ ਅਗਰ ਪੈਸੇ ਹੀ ਨਹੀਂ ਹੈਗੇ ਤਾਂ ਉਹ ਸੰਤੁਸ਼ਟੀ ਤੇ ਤਾਂ ਪਹੁੰਚ ਹੀ ਨਹੀਂ ਸਕਦਾ। ਤਾਂ ਕੀ ਹੋਊਗਾ, ਜਦੋਂ ਆਪਾਂ ਸੰਤੁਸ਼ਟੀ ਦੀ ਗੱਲ ਕਰਨੀ ਹੈ ਆਪਾਂ ਇਹ ਜ਼ਰੂਰ ਦੇਖਣਾ ਹੈ ਕਿ ਆਪਣੀ ਜਿਹੜੀ ਵਰਤਮਾਨ ਆਮਦਨ ਹੈ ਉਹ ਕਿੰਨੀ ਹੈ। ਠੀਕ ਹੈ, ਤਾਂ ਆਪਣੀ ਵਰਤਮਾਨ ਆਮਦਨ ਨੂੰ ਜਿਹੜੀਆਂ ਵੀ ਵੱਖ-ਵੱਖ ਵਸਤੂਆਂ ਅਤੇ ਸੇਵਾਵਾਂ, ਠੀਕ ਹੈ, ਕਿਉਂਕਿ ਉਪਭੋਗ ਜਿਹੜਾ ਹੋਣਾ ਹੈ ਉਹ ਵਸਤੂਆਂ ਦਾ ਵੀ ਹੋਣਾ ਹੈ ਤੇ ਉਹ ਸੇਵਾਵਾਂ ਦਾ ਵੀ ਹੋਣਾ ਹੈ। ਆਪਾਂ ਹੁਣੇ ਗੱਲ ਕੀਤੀ ਵੱਖ-ਵੱਖ ਵਸਤੂਆਂ ਅਤੇ ਸੇਵਾਵਾਂ ਤੇ ਕੀ ਹੋਊਗਾ, ਉਹਨਾਂ ਦੀਆਂ ਬਾਜ਼ਾਰ ਕੀਮਤਾਂ ਦੇ ਅਨੁਸਾਰ। ਹੁਣ ਦੇਖੋ ਆਪਾਂ ਕੀ ਕਰਾਂਗੇ, ਆਪਾਂ ਕਿਸੇ ਵੀ ਚੀਜ਼ ਦੀ ਕੀ ਕਰਨੀ ਹੈ, ਵਰਤੋਂ ਕਰਨੀ ਹੈ, ਤਾਂ ਆਪਾਂ ਨੂੰ ਕੀ ਕਰਨਾ ਪਏਗਾ, ਉਸ ਚੀਜ਼ ਨੂੰ ਬਾਜ਼ਾਰ ਤੋਂ ਖਰੀਦਣਾ ਪਏਗਾ, ਖਰੀਦ ਕੇ ਹੀ ਉਪਭੋਗ ਕਰ ਸਕਦੇ ਆ। ਹੁਣ ਆਪਾਂ ਬਾਜ਼ਾਰ 'ਚ ਕਿਸ ਕੀਮਤ ਤੇ ਖਰੀਦਾਂਗੇ, ਆਪਾਂ ਖਰੀਦਾਂਗੇ ਉਹਦੀ ਬਾਜ਼ਾਰ ਕੀਮਤ ਤੇ। ਸਿੰਪਲ ਜੀ ਗੱਲ ਹੈ, ਅਗਰ ਮੈਂ ਕਹਿੰਦਾ ਕਿ ਮੈਂ ਮਾਰਕਰ ਖਰੀਦ ਕੇ ਲੈ ਕੇ ਆਇਆ ਤੇ ਮਾਰਕਰ ਦੇ ਉੱਪਰ ਮੈਂ ਕਿੰਨੇ ਪੈਸੇ ਲਾਏ, ਸਿੰਪਲ ਜਿੰਨੀ ਦੀ ਬਾਜ਼ਾਰ 'ਚ ਕੀਮਤ ਹੈ। ਤਾਂ ਵੱਖ-ਵੱਖ ਵਸਤੂਆਂ ਤੇ ਸੇਵਾਵਾਂ ਤੇ ਜੋ ਵੀ ਉਹਨਾਂ ਦੀਆਂ ਬਾਜ਼ਾਰ 'ਚ ਕੀਮਤਾਂ ਹੋਣਗੀਆਂ ਉਹਦੇ ਮੁਤਾਬਿਕ ਕੀ ਕਰੇਗਾ, ਇਸ ਤਰ੍ਹਾਂ ਖਰਚ ਕਰੇਗਾ ਵੀ ਆਪਣੀ ਆਮਦਨ ਜਿਹੜੀ ਹੈ ਉਹਨੂੰ ਵੱਖ-ਵੱਖ ਵਸਤੂਆਂ ਤੇ ਸੇਵਾਵਾਂ ਤੇ ਖਰਚ ਕਰੇਗਾ, ਕਿੰਨੇ ਮੁਤਾਬਿਕ, ਉਹਨਾਂ ਦੀਆਂ ਬਾਜ਼ਾਰ ਕੀਮਤਾਂ ਦੇ ਮੁਤਾਬਿਕ। ਇਸ ਤਰ੍ਹਾਂ ਖਰਚ ਕਰੇਗਾ ਜਿਸ ਨਾਲ ਉਸ ਨੂੰ ਕੀ ਹੋਊਗਾ, ਵੱਧ ਤੋਂ ਵੱਧ ਕੀ ਹੋਊਗਾ, ਸੰਤੁਸ਼ਟੀ ਪ੍ਰਾਪਤ ਹੋਵੇਗੀ। मतलब वो कहेगा कि मेरी संतुष्टि ਵੱਧ ਤੋਂ ਵੱਧ ਹੈ ਅਤੇ ਉਹ ਇਸ ਸਥਿਤੀ ਯਾਨੀ ਕਿ ਹਾਲਤ ਦੇ ਵਿੱਚ, ਇਸ ਸਥਿਤੀ ਵਿੱਚ ਕਿਸੇ ਤਰ੍ਹਾਂ ਦਾ, ਹੁਣ ਬੋਲੋ, ਬਦਲਾਵ ਕਰੇਗਾ ਜਾਂ ਨਹੀਂ ਕਰੇਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰੀ ਸੰਤੁਸ਼ਟੀ ਵੱਧ ਤੋਂ ਵੱਧ ਹੈ, ਕਿਸੇ ਵੀ ਤਰ੍ਹਾਂ ਦਾ ਬਦਲਾਵ ਪਸੰਦ ਨਹੀਂ ਕਰੇਗਾ, ਤਾਂ ਆਪਾਂ ਕਹਿ ਦਾਂਗੇ ਕਿ ਉਹ ਉਪਭੋਗਤਾ ਕੀ ਹੈ, ਉਹ ਉਪਭੋਗਤਾ ਸੰਤੁਲਨ ਦੇ ਵਿੱਚ ਹੈ। ਠੀਕ ਹੋ ਗਿਆ, ਗੱਲ ਕਲੀਅਰ ਵੀ ਕੀ ਹੋਊਗਾ, ਜਿਹੜਾ ਉਪਭੋਗਤਾ ਸੰਤੁਲਨ ਹੈ ਉਹ ਕੀ ਹੈ, ਉਹ ਇੱਕ ਐਜੀ ਸਥਿਤੀ ਹੈ, ਯਾਨੀ ਇੱਕ ਐਜਾ ਆਪਾਂ ਬਿੰਦੂ ਲੱਭਾਂਗੇ ਜਿਸ ਵਿੱਚ ਕੀ ਹੋਊਗਾ, ਜਿਸ ਵਿੱਚ ਇੱਕ ਉਪਭੋਗਤਾ ਆਪਣੀ ਵਰਤਮਾਨ ਆਮਦਨ, ਮਤਲਬ ਜਿੰਨੇ ਵੀ ਉਹਦੇ ਕੋਲ ਅੱਜ ਦੀ ਤਰੀਕ ਦੇ ਵਿੱਚ ਪੈਸੇ ਹੈਗੇ ਆ ਉਹਨਾਂ ਨੂੰ ਕੀ ਕਰੂਗਾ, ਵੱਖ-ਵੱਖ ਵਸਤੂਆਂ ਅਤੇ ਸੇਵਾਵਾਂ ਤੇ ਖਰਚਾ ਕਰੇਗਾ, ਕਿੰਨੇ ਮੁਤਾਬਿਕ, ਉਹਨਾਂ ਦੀਆਂ ਬਾਜ਼ਾਰ ਕੀਮਤਾਂ ਦੇ ਮੁਤਾਬਿਕ। ਤਾਂ ਕੀ ਹੋਊਗਾ, ਜਿਸ ਨਾਲ ਉਹਨੂੰ ਵੱਧ ਤੋਂ ਵੱਧ ਸੰਤੁਸ਼ਟੀ ਜਿਹੜੀ ਹੈ ਉਹ ਪ੍ਰਾਪਤ ਹੋਏਗੀ ਤੇ ਉਹ ਇਸ ਸਥਿਤੀ 'ਚ ਕੋਈ ਬਦਲਾਵ ਕਰਨਾ ਪਸੰਦ ਨਹੀਂ ਕਰੇਗਾ। ਕਿਉਂ ਨਹੀਂ ਕਰੇਗਾ, ਕਿਉਂਕਿ ਉਹਨੂੰ ਲੱਗਦਾ ਹੈ ਕਿ ਜੇ ਮੈਂ ਬਦਲਾਵ ਕੀਤਾ
ਤਾਂ ਕੀ ਹੋਊਗਾ, ਮੇਰੀ ਸੰਤੁਸ਼ਟੀ ਪਹਿਲਾਂ ਨਾਲੋਂ ਘਟ ਜਾਏਗੀ। ਤਾਂ ਕੋਈ ਵੀ ਵਿਅਕਤੀ, ਕੋਈ ਵੀ ਜੋ ਮਰਜ਼ੀ ਹੈ, ਚਾਹੇ ਮੈਂ ਆ ਚਾਹੇ ਤੁਸੀਂ ਹੋ, ਆਪਾਂ ਕੋਈ ਵੀ ਆਦੀ ਸੰਤੁਸ਼ਟੀ ਜਿਹੜੀ ਹੈ ਉਹਨੂੰ ਘਟਾਉਣ ਵਾਸਤੇ ਤਿਆਰ ਨਹੀਂ ਹੋਵਾਂਗੇ। ਮਤਲਬ ਆਪਾਂ ਆਦੀ ਸਥਿਤੀ ਜਿੰਦੇ ਚ ਆਪਾਂ ਨੂੰ ਲੱਗਦਾ ਹੈ ਕਿ ਆਪਾਂ ਸਭ ਤੋਂ ਵਧੀਆ ਹੈਗੇ ਆ, ਉਹਦੇ ਚ ਆਪਾਂ ਕੋਈ ਬਦਲਾਵ ਨਹੀਂ ਕਰਨਾ ਚਾਹਾਂਗੇ, ਤਾਂ ਆਪਾਂ ਕਹਾਂਗੇ ਆਪਾਂ ਕਿੱਥੇ ਹੈਗੇ ਆ, ਆਪਾਂ ਸੰਤੁਲਨ ਦੇ ਵਿੱਚ ਹੈਗੇ ਆ। ਅਗਰ ਸਪੋਜ਼ ਕਰੋ ਕਿ ਮੈਂ ਕਹਾਂ ਕਿ ਮੈਂ ਖਾਣਾ ਖਾ ਰਿਹਾ, ਠੀਕ ਹੈ, ਮੈਂ ਮੰਨ ਲਓ 3 ਰੋਟੀਆਂ ਖਾਧੀਆਂ, ਮੈਨੂੰ ਲੱਗਦਾ ਹੈ ਵੀ 3 ਰੋਟੀਆਂ ਖਾ ਕੇ ਨਾ ਮੇਰਾ ਪੇਟ ਫੁੱਲ ਹੋ ਗਿਆ, ਮੈਂ ਹੁਣ ਚੌਥੀ ਰੋਟੀ ਨਹੀਂ ਖਾ ਸਕਦਾ। ਅਗਰ ਸੋਚੋ ਕਿ ਮੈਂ 3 ਦੀ ਬਜਾਏ 2 ਰੋਟੀਆਂ ਖਾਧੀਆਂ ਹੁੰਦੀਆਂ ਤਾਂ ਫਿਰ ਮੈਨੂੰ ਹਾਲੀ ਭੁੱਖ ਲੱਗੀ ਹੁੰਦੀ ਨਾ, ਤਾਂ ਮੈਂ ਚਾਹੁੰਦਾ ਵੀ 1 ਰੋਟੀ ਹੋਰ ਖਾ ਲਵਾਂ। ਮੈਂ ਮਤਲਬ ਮੈਂ 2 ਰੋਟੀਆਂ ਦੀ ਸਥਿਤੀ ਦੇ ਵਿੱਚ ਮੈਂ ਬਦਲਾਵ ਚਾਹੁੰਦਾ ਸੀ ਕਿ ਬਦਲਾਵ ਹੋਵੇ, ਮੈਂ 1 ਰੋਟੀ ਹੋਰ ਖਾਵਾਂ ਤਾਂ ਮੇਰਾ ਪੇਟ ਭਰੇ। ਹੁਣ ਮੇਰਾ ਪੇਟ ਭਰ ਗਿਆ 3 ਰੋਟੀਆਂ ਖਾ ਕੇ। ਹੁਣ ਅਗਰ ਮੈਂ 1 ਰੋਟੀ ਹੋਰ ਖਾਣ ਦੀ ਸੋਚਾਂ ਤਾਂ ਮੈਂ ਕਿਉਂ ਖਾਊਂਗਾ, ਮੈਨੂੰ ਲੱਗਦਾ ਹੈ ਮੈਂ 1 ਰੋਟੀ ਹੋਰ ਖਾਧੀ ਤਾਂ ਮੇਰਾ ਪੇਟ ਦਰਦ ਹੋ ਸਕਦਾ ਹੈ, ਮੇਰਾ ਪੇਟ ਖਰਾਬ ਹੋ ਸਕਦਾ ਹੈ, ਮੈਂ ਕਿਉਂ 1 ਰੋਟੀ ਹੋਰ ਖਾਊਂਗਾ। ਤਾਂ ਮੈਂ ਕਹਾਂਗਾ ਕਿ ਮੈਂ 3 ਰੋਟੀਆਂ ਦੀ ਸਥਿਤੀ ਵਿੱਚ ਕੀ ਹਾਂ, ਸੰਤੁਲਨ ਦੇ ਵਿੱਚ ਹਾਂ, ਕਿਉਂਕਿ ਮੈਂ ਉਹਨਾਂ ਸਥਿਤੀ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਬਦਲਾਵ ਕਰਨਾ ਨਹੀਂ ਚਾਹੁੰਦਾ। ਤਾਂ ਮੈਂ ਉਪਭੋਗਤਾ ਦੇ ਹੋਣ ਦੇ ਨਾਤੇ ਕੀ ਹੋਊਂਗਾ, ਸੰਤੁਲਨ ਦੇ ਵਿੱਚ ਜਿਹੜਾ ਉਹ ਹੋਊਂਗਾ। ਤਾਂ ਇਹ ਹੈ ਉਪਭੋਗਤਾ ਸੰਤੁਲਨ ਦਾ ਮੀਨਿੰਗ। ਮਤਲਬ ਹੁਣ ਆਪਾਂ ਕੀ ਕਰਨਾ ਹੈ, ਇਸ ਚੈਪਟਰ ਦੇ ਵਿੱਚ ਮੇਨ ਆਪਾਂ ਇਹ ਪਤਾ ਕਰਨਾ ਹੈ ਵੀ ਉਹ ਬਿੰਦੂ ਕਿਹੜਾ ਹੋਊਗਾ। ਕਿਉਂਕਿ ਮੈਂ ਸ਼ੁਰੂ ਚ ਗੱਲ ਕੀਤੀ ਵੀ ਜਿਹੜਾ ਉਪਭੋਗਤਾ ਸੰਤੁਲਨ ਹੈ ਉਹਨੂੰ ਆਪਾਂ ਹਮੇਸ਼ਾ ਇੱਕ ਬਿੰਦੂ ਦੇ ਤੌਰ ਤੇ ਦਿਖਾਵਾਂਗੇ। ਹੁਣ ਇਸ ਚੈਪਟਰ ਦੇ ਵਿੱਚ ਆਪਾਂ ਇਹ ਕੋਸ਼ਿਸ਼ ਕਰਨੀ ਹੈ ਕਿ ਆਪਾਂ ਉਹ ਬਿੰਦੂ ਦਾ ਪਤਾ ਕਰੀਏ ਜਿਸ ਬਿੰਦੂ ਤੇ ਇੱਕ ਉਪਭੋਗਤਾ ਜਿਹੜਾ ਹੈ ਉਹ ਸੰਤੁਲਨ ਦੇ ਵਿੱਚ ਹੋ ਸਕਦਾ ਹੈ, ਠੀਕ ਹੈ। ਤਾਂ ਹੁਣ ਉਸ ਬਿੰਦੂ ਦਾ ਪਤਾ ਲਗਾਉਣਾ ਹੈ। ਉਹਦੇ ਸੇ ਕੀ ਹੋਊਗਾ, ਆਪਣੇ ਕੋਲ ਅਲੱਗ-ਅਲੱਗ ਤਰ੍ਹਾਂ ਦੀਆਂ ਵਿਧੀਆਂ ਨੇ, ਜਿੰਦੇ ਚੋਂ ਜਿਹੜੀ ਪਹਿਲੀ ਵਿਧੀ ਹੈ ਉਹਨੂੰ ਆਪਾਂ ਕਹਿੰਦੇ ਆ ਗਣਨਾ ਵਾਚਕ ਤੁਸ਼ਟੀ ਗੁਣ। ਇਹ ਪਹਿਲੀ ਵਿਧੀ ਹੈ। ਹੁਣ ਗਣਨਾ ਵਾਚਕ ਤੁਸ਼ਟੀ ਗੁਣ ਕੀ ਹੈ, ਇਹ ਆਪਾਂ ਹੁਣੇ ਗੱਲ ਕਲੀਅਰ ਕਰਦੇ ਆ ਵੀ ਗਣਨਾ ਵਾਚਕ ਤੁਸ਼ਟੀ ਗੁਣ ਕੀ ਹੁੰਦਾ ਹੈ। ਇੱਕ ਹੁੰਦਾ ਹੈ ਉਹਨੂੰ ਆਪਾਂ ਕਹਿੰਦੇ ਆ ਅਧਿਮਾਨ ਵਕਰ ਵਿਸ਼ਲੇਸ਼ਣ, ਠੀਕ ਹੈ, ਇੱਕ ਆ ਵੀ ਵਿਧੀ ਹੈਗੀ ਹੈ। ਤੀਸਰੀ ਜਿਹੜੀ ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਆ ਰਿਵੀਲਡ ਪ੍ਰੈਫਰੈਂਸ ਥਿਊਰੀ, ਠੀਕ ਹੈ, ਰਿਵੀਲਡ ਪ੍ਰੈਫਰੈਂਸ ਥਿਊਰੀ। ਰਿਵੀਲਡ ਦਾ ਮਤਲਬ ਹੁੰਦਾ ਹੈ ਪੱਕੇ ਤੌਰ ਤੇ, ਠੀਕ ਹੈ, ਰਿਵੀਲਡ ਦਾ ਮਤਲਬ ਕੀ ਹੋਇਆ, ਪੱਕੇ ਤੌਰ ਤੇ। ਪ੍ਰੈਫਰੈਂਸ ਦੇਣਾ, ਪ੍ਰੈਫਰੈਂਸ ਮਤਲਬ ਕੀ ਦੇਣਾ, ਕਿਸੇ ਵੀ ਚੀਜ਼ ਨੂੰ ਪ੍ਰਾਥਮਿਕਤਾ ਦੇਣਾ ਜਾਂ ਕਿਸੇ ਵੀ ਚੀਜ਼ ਨੂੰ ਪਹਿਲ ਦੇਣਾ। ਤਾਂ ਪੱਕੇ ਤੌਰ ਤੇ ਪ੍ਰਾਥਮਿਕਤਾ ਸਿਧਾਂਤ ਇਹ ਵੀ ਹੈਗਾ। ਤਾਂ ਇਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਵਿਧੀਆਂ ਨੇ ਜਿਨ੍ਹਾਂ ਦੁਆਰਾ ਆਪਾਂ ਕੀ ਕਰ ਸਕਦੇ ਆ, ਉਪਭੋਗਤਾ ਸੰਤੁਲਨ ਜਿਹੜਾ ਹੈ ਉਹਦਾ ਆਪਾਂ ਪਤਾ ਕਰ ਸਕਦੇ ਆ। ਮਤਲਬ ਆਪਾਂ ਇਹ ਪਤਾ ਲਗਾ ਸਕਦੇ ਆ ਵੀ ਉਹ ਕਿਹੜਾ ਬਿੰਦੂ ਹੋਊਗਾ ਜਿੱਥੇ ਉਪਭੋਗਤਾ ਸੰਤੁਲਨ ਚ ਹੋਊਗਾ। ਤਿੰਨੋਂ ਵਿਧੀਆਂ ਕਿਉਂ ਨੇ, ਕਿਉਂਕਿ ਇਹਨਾਂ ਤਿੰਨਾਂ ਦੁਆਰਾ ਜਿਹੜਾ ਉਪਭੋਗਤਾ ਸੰਤੁਲਨ ਦਾ ਪਤਾ ਲਗਾਇਆ ਜਾਂਦਾ ਹੈ ਉਹ ਅਲੱਗ-ਅਲੱਗ ਤਰੀਕੇ ਨਾਲ ਲਗਾਇਆ ਜਾਂਦਾ ਹੈ। ਕਿਉਂਕਿ ਦੇਖੋ ਕਿਸੇ ਵੀ ਚੀਜ਼ ਨੂੰ ਮਾਪਣ ਦਾ ਕੋਈ ਇੱਕ ਤਰੀਕਾ ਨਹੀਂ ਹੁੰਦਾ, ਬਹੁਤ ਸਾਰੇ ਤਰੀਕੇ ਹੁੰਦੇ ਆ, ਠੀਕ ਹੈ। ਤਾਂ ਉਪਭੋਗਤਾ ਸੰਤੁਲਨ ਨੂੰ ਮਾਪਣ ਦੇ ਅਲੱਗ-ਅਲੱਗ ਤਰੀਕੇ ਨੇ, ਠੀਕ ਹੈ। ਇੱਕ ਕੀ ਹੈ, ਗਣਨਾਵਾਚਕ ਤੁਸ਼ਟੀ ਗੁਣ ਹੈ। ਨੰਬਰ 2 ਆਪਣੇ ਕੋਲ ਅਧਿਮਾਨ ਵਕਰ ਵਿਸ਼ਲੇਸ਼ਣ ਹੈ, ਇਹਨੂੰ ਆਪਾਂ ਕਹਿੰਦੇ ਆ ਕਾਰਡਿਨਲ ਯੂਟਿਲਿਟੀ। ਅਧਿਮਾਨ ਵਕਰ ਵਿਸ਼ਲੇਸ਼ਣ ਇਹਨੂੰ ਆਪਾਂ ਕਹਿੰਦੇ ਆ ਇੰਡਿਫਰੈਂਸ ਕਰਵ ਐਨਾਲਿਸਿਸ, ਤੇ ਇਹ ਹੈ ਰਿਵੀਲਡ ਪ੍ਰੈਫਰੈਂਸ ਥਿਊਰੀ। ਤਾਂ ਇਹ ਤਿੰਨ ਤਰੀਕੇ ਨੇ ਜਿਨ੍ਹਾਂ ਦੁਆਰਾ ਆਪਾਂ ਕੀ ਕਰ ਸਕਦੇ ਆ, ਉਪਭੋਗਤਾ ਦੇ ਸੰਤੁਲਨ ਦਾ ਪਤਾ ਕਰ ਸਕਦੇ ਆ, ਠੀਕ ਹੈ। ਪਰ ਆਪਣੇ ਸਿਲੇਬਸ ਦੇ ਵਿੱਚ ਜੋ ਹੈ ਉਹ ਆ ਪਿਛਲੇ ਦੋ ਜਿਹੜੇ ਨੇ ਉਹ ਨਹੀਂ ਹੈਗੇ। ਆਪਣੇ ਸਿਲੇਬਸ ਦੇ ਵਿੱਚ ਜਿਹੜਾ ਹੈ ਉਹ ਹੈ ਗਣਨਾਵਾਚਕ ਤੁਸ਼ਟੀ ਗੁਣ, ਠੀਕ ਹੈ, ਗਣਨਾਵਾਚਕ ਤੁਸ਼ਟੀ ਗੁਣ। ਤਾਂ ਆਪਾਂ ਇਸ ਵਿਧੀ ਦੀ ਜਿਹੜੀ ਹੈ ਉਹ ਵਰਤੋਂ ਕਰਨੀ ਹੈ। ਇਸ ਵਿਧੀ ਦੀ ਵਰਤੋਂ ਕਰਕੇ ਆਪਾਂ ਕੀ ਕਰਨਾ ਹੈ, ਉਪਭੋਗਤਾ ਸੰਤੁਲਨ ਦਾ ਪਤਾ ਲਗਾਣਾ ਹੈ, ਠੀਕ ਹੈ। ਤਾਂ ਹੁਣ ਹਮੇਸ਼ਾ ਦੀ ਤਰ੍ਹਾਂ ਜਿਵੇਂ ਆਪਾਂ ਉਪਭੋਗਤਾ ਸੰਤੁਲਨ ਦਾ ਮੀਨਿੰਗ ਜਿਹੜਾ ਹੈ ਉਹ ਕਲੀਅਰ ਕੀਤਾ ਸੀ, ਕਿਵੇਂ, ਜਦੋਂ ਆਪਾਂ ਉਪਭੋਗਤਾ ਨੂੰ ਵੱਖਰਾ ਕਰਤਾ, ਸੰਤੁਲਨ ਨੂੰ ਵੱਖਰਾ ਕਰਤਾ, ਐਵੇਂ ਹੀ ਹੁਣ ਆਪਾਂ ਇਹਦਾ ਮੀਨਿੰਗ ਕਲੀਅਰ ਕਰਾਂਗੇ ਵੀ ਗਣਨਾਵਾਚਕ ਨੂੰ ਕੀ ਕਰਾਂਗੇ, ਵੱਖਰਾ ਕਰ ਦਿਆਂਗੇ, ਤੁਸ਼ਟੀ ਗੁਣ ਨੂੰ ਵੱਖਰਾ ਕਰ ਦਿਆਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਗਣਨਾਵਾਚਕ। ਗਣਨਾਵਾਚਕ ਦਾ ਮਤਲਬ ਕੀ ਹੁੰਦਾ ਹੈ? ਦੇਖੋ ਆਮ ਤੌਰ ਤੇ ਆਪਾਂ ਕੀ ਕਰਦੇ ਆ, ਹਿੰਦੀ ਵਿੱਚ ਜਾਂ ਪੰਜਾਬੀ ਦੇ ਵਿੱਚ ਆਪਾਂ ਨਾ ਵਿਸ਼ੇਸ਼ਣ ਕਰਦੇ ਆ ਜਾਂ ਆਪਾਂ ਕਿਰਿਆ ਵਿਸ਼ੇਸ਼ਣ ਕਰਦੇ ਆ। ਉਹਦੇ ਵਿੱਚ ਕੀ ਹੁੰਦਾ ਹੈ, ਉਹ ਆਪਾਂ ਨੂੰ ਆਉਂਦਾ ਹੈ ਕਾਲਵਾਚਕ ਵਿਸ਼ੇਸ਼ਣ, ਸਥਾਨਵਾਚਕ ਵਿਸ਼ੇਸ਼ਣ, ਪਰਿਮਾਣਵਾਚਕ ਵਿਸ਼ੇਸ਼ਣ, ਵਾਚਕ ਆਂਦਾ ਨਾ, ਕਾਲਵਾਚਕ
ਸਥਾਨਵਾਚਕ ਹਨਾ, ਕਾਲਵਾਚਕ, ਵਿਸ਼ੇਸ਼ਣ। ਵਿਸ਼ੇਸ਼ਣ ਕੀ ਹੁੰਦਾ ਹੈ? ਜਿਹੜਾ ਵਿਸ਼ੇਸ਼ਤਾ ਦੱਸਦਾ ਹੈ, ਕਿਸੇ ਵੀ ਚੀਜ਼ ਦੀ ਜੋ ਵਿਸ਼ੇਸ਼ਤਾ ਦੱਸੇਗਾ ਉਹ ਕੀ ਹੋਊਗਾ? ਉਹ ਹੋਏਗਾ ਵਿਸ਼ੇਸ਼ਣ। ਮੈਂ ਕਹਾਂ ਕਿ ਆ ਜਿਹੜਾ ਬੋਰਡ ਹੈ ਇਹ ਬੜਾ ਹੀ ਸਫੈਦ ਹੈ, ਤਾਂ ਇਹਦੀ ਵਿਸ਼ੇਸ਼ਤਾ ਕੀ ਹੋਗੀ? ਇਹ ਬੋਰਡ ਕੀ ਹੈ? ਸਫੈਦ। ਤਾਂ ਸਫੈਦ ਕੀ ਹੋ ਗਿਆ ਜਾਂ ਚਿੱਟਾ ਕੀ ਹੋ ਗਿਆ? ਉਹ ਹੋ ਗਿਆ ਵਿਸ਼ੇਸ਼ਣ। ਠੀਕ ਹੈ, ਤਾਂ ਵਿਸ਼ੇਸ਼ਣ ਕੀ ਹੁੰਦਾ ਹੈ? ਜੋ ਵਿਸ਼ੇਸ਼ਤਾ ਦੱਸਦਾ ਹੈ। ਠੀਕ ਹੈ, ਹੁਣ ਕਹਿੰਦਾ ਵਿਸ਼ੇਸ਼ਤਾ ਦੱਸ ਰਿਹਾ ਹੈ, ਯਾਨੀ ਕਿਸ ਆਧਾਰ ਤੇ? ਕਹਿੰਦਾ ਕਾਲ। ਕਾਲ ਕੀ ਹੁੰਦਾ ਹੈ? ਸਮਾਂ। ਯਾਨੀ ਕਿ ਸਮੇਂ ਦੇ ਆਧਾਰ ਤੇ ਜੋ ਵਿਸ਼ੇਸ਼ਤਾ ਦੱਸੂਗਾ ਉਹਨੂੰ ਆਪਾਂ ਕਹਾਂਗੇ ਕਾਲਵਾਚਕ ਵਿਸ਼ੇਸ਼ਣ। ਨਾਮ ਤੋਂ ਕਲੀਅਰ ਕਰੋ, ਕਾਲ ਯਾਨੀ ਕਿ ਸਮਾਂ, ਵਾਚਕ, ਵਾਚਕ ਹੁੰਦਾ ਹੈ ਦੱਸਣ ਵਾਲਾ। ਵਾਚਕ ਕੀ ਹੁੰਦਾ ਹੈ? ਦੱਸਣ ਵਾਲਾ। ਵਿਸ਼ੇਸ਼ਣ मतलब ਵਿਸ਼ੇਸ਼ਤਾ, ਵੀ ਜੋ ਵਿਸ਼ੇਸ਼ਤਾ ਦੱਸੇਗਾ ਵਿਸ਼ੇਸ਼ਣ, ਵਿਸ਼ੇਸ਼ਤਾ ਦੱਸਣ ਵਾਲਾ। ठीक है, वाचक मतलब दसेगा, काल मतलब समा, यानी कि जो समय दे आधार ते विशेषता दसेगा वो की होगा? काल वाचक विशेषण होगा। ठीक है, जिवें मैं कहां कि वो सवेरे 7 बजे आएगा, हुन सवेरे 7 बजे की हो गया? समा। तो की हो रहा है? विशेषता दसी जा रही है किस आधार ते? काल, यानी कि समय दे आधार ते। तो की है? कालवाचक विशेषण है। हुन इहदे भी दो हिस्से करो, कहंदा गणनावाचक। वाचक की हो गया? वाचक हुंदा है जो कि होगा दसन वाला। ठीक है, गणना की हुंदा है? गिनती। ता गणनावाचक की हो गया? गिनती दसन वाला। ठीक है, ता यानी ऐजा चीज जो अपन की करेगा? गिनती दसेगा, उन्होंने ਆਪਾਂ ਕੀ ਕਵਾਂਗੇ? गणनावाचक कवांगे। ਆਪਾਂ ਹਾਲੀ ਤੁਸ਼ਟੀ ਗੁਣ ਤੇ ਨਹੀਂ ਪਹੁੰਚੇ, ਆਪਾਂ ਗੱਲ ਕਰ ਰਹੇ ਹਾਂ ਸਿਰਫ ਕਿੰਦੀ? गणनावाचक ਦੀ। गणनावाचक मतलब ਜੋ ਆਪਾਂ ਨੂੰ ਗਿਣਤੀ ਦੱਸੇਗਾ। ਗਿਣਤੀ ਕਿਸ ਚੀਜ਼ ਦੀ? ਉਹ ਕਹਿੰਦਾ ਗਿਣਤੀ ਦੱਸੇਗਾ ਇਸ ਚੀਜ਼ ਦੀ, ਯਾਨੀ ਆਪਾਂ ਨੂੰ ਗਿਣਤੀ ਦੱਸੂਗਾ ਤੁਸ਼ਟੀ ਗੁਣ ਦੀ। ਠੀਕ ਹੈ, ਹੁਣ ਕੁਐਸਚਨ ਉੱਠਿਆ ਕਿ ਤੁਸ਼ਟੀ ਗੁਣ ਕੀ ਚੀਜ਼ ਹੁੰਦਾ ਹੈ? ਠੀਕ ਹੈ, ਆਮ ਤੌਰ ਤੇ ਆਪਾਂ ਕੀ ਕਰਦੇ ਆ? ਆਪਾਂ ਨਾ ਸੰਤੁਸ਼ਟੀ ਤੇ ਤੁਸ਼ਟੀ ਗੁਣ ਦੋਨਾਂ ਨੂੰ ਇੱਕੋ ਹੀ ਸਮਝ ਲੈਂਦੇ ਆ, ਪਰ ਸੰਤੁਸ਼ਟੀ ਤੇ ਤੁਸ਼ਟੀ ਗੁਣ ਜਿਹੜਾ ਉਹ ਇੱਕੋ ਨਹੀਂ ਹੈਗੇ। ਆਪਾਂ ਹੁਣੇ ਪ੍ਰੂਫ ਕਰਾਂਗੇ ਵੀ ਇਹਨਾਂ ਦੋਹਾਂ ਦੇ ਵਿੱਚ ਕਾਰਨ ਤੇ ਨਤੀਜਾ ਜਿਹੜਾ ਉਹਦਾ ਹਿਸਾਬ ਕਿਤਾਬ ਹੈ, ਵੀ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਚੀਜ਼ ਜਿਹੜੀ ਹੈ ਉਹ ਕਾਰਨ ਹੈ ਤੇ ਦੂਜਾ ਕੀ ਹੈ? ਹੁੰਦਾ ਨਤੀਜਾ ਹੈ। ਹੁਣੇ ਦੇਖਦੇ ਹਾਂ ਵੀ ਆਹ ਕਾਰਨ ਹੈ, ਆਹ ਨਤੀਜਾ ਹੈ, ਕਿ ਇਹ ਕਾਰਨ ਹੈ, ਇਹ ਨਤੀਜਾ ਹੈ। ठीक है, तो तुष्टि गुण की चीज है। पहला आप गल करते हैं इस चीज की। देखो, अगर आप कहने भी आप कोई चीज की वरतों करते हैं तो उनके नाल की हुंदा है? अपनियां जिहड़ियां लोड़ां ने, जिहड़ियां जरूरतां ने, वो पूरियां हो जांदियां ने। मान लो कि मैं पानी पीता। मैं पानी क्यों पीता? क्योंकि मैनूं प्यास लगी सी। मैनू प्यास लगी सी, मैं पानी पीता, मेरी प्यास जिहड़ी है बुझ गई। मतलब मेरी प्यास वास्ते, बुझण वास्ते जिस चीज की लोड़ सी वो चीज की है? पानी। मैं पानी पीता, मेरी प्यास बुझी, मतलब मेरी जरूरत पूरी हुई। ਇਹਦਾ मतलब पानी ਦੇ ਵਿੱਚ ਕੁਝ ਨਾ ਕੁਝ ਤਾਂ ਅਜਿਹਾ ਹੈਗਾ ਵੀ ਜਿਹੜਾ ਕੀ ਕਰਦਾ ਹੈ? ਮੇਰੀ ਪਿਆਸ ਬੁਝਾ ਦਿੰਦਾ ਹੈ। अगर मैंने भुख लगी है तो मैं रोटी खा रहा तो मेरी भुख शांत होगी ना। ਇਹਦਾ मतलब रोटी च कुछ ना कुछ तो ऐसा है भी ਜਿਹੜਾ ਕੀ करता है? मेरी भुख जी है खत्म कर देंदा। अगर मैनू गर्मी लग रही है तो मैं AC चला लिया तो मैनू की होया? गर्मी दूर होगी, हुण मैनू ठंड लग रही है। तो ਇਹਦਾ मतलब ये कि AC ਦੇ ਵਿੱਚ ਕੁਝ ਨਾ ਕੁਝ ਤਾਂ ऐसा है ਜਿਹੜਾ मेरी गर्मी ਨੂੰ दूर ਭਜਾ ਦਿੰਦਾ। ਹਰੇਕ ਚੀਜ਼ ਦੇ ਵਿੱਚ ਉਹ ਜਿਹੜਾ ਕੁਝ ਨਾ ਕੁਝ ਹੁੰਦਾ ਨਾ, ਕੁਝ ਨਾ ਕੁਝ, ਉਹ ਕੀ ਹੈ? ਉਹ ਤੁਸ਼ਟੀ ਗੁਣ ਹੈ। यानी तुष्टि गुण की है, ਇਹਨੂੰ ਆਪਾਂ ਕਹਿ ਸਕਦੇ ਹਾਂ ਵੀ ਇਹ ਕਿਸੇ ਵੀ ਵਸਤੂ ਦੀ, ਠੀਕ ਹੈ, ਜਾਂ ਸੇਵਾ ਦੀ ਕੀ ਹੈ? ਉਹ ਸ਼ਕਤੀ ਹੈ। ਹਰੇਕ ਵਸਤੂ ਦੇ ਵਿੱਚ, ਹਰੇਕ ਸੇਵਾ ਦੇ ਵਿੱਚ ਕੁਝ ਨਾ ਕੁਝ ਸ਼ਕਤੀ ਹੁੰਦੀ ਹੈ, ਕੁਝ ਨਾ ਕੁਝ ਤਾਕਤ ਹੁੰਦੀ ਹੈ। ਠੀਕ ਹੈ, ਸੇਵਾ ਦੀ ਉਹ ਸ਼ਕਤੀ ਹੈ ਜਿਸ ਨਾਲ ਕੀ ਹੁੰਦਾ ਹੈ? ਜਿਸ ਨਾਲ ਆਪਣੀਆਂ ਜਿਹੜੀਆਂ ਜ਼ਰੂਰਤਾਂ ਨੇ ਉਹ ਕੀ ਹੁੰਦੀਆਂ ਨੇ? ਪੂਰੀਆਂ ਹੁੰਦੀਆਂ। ਠੀਕ ਹੈ, ਤਾਂ ਦੇਖੋ ਹਰੇਕ ਵਸਤੂ ਦੇ ਵਿੱਚ ਕੋਈ ਨਾ ਕੋਈ ਐਜੀ ਚੀਜ਼ ਜ਼ਰੂਰ ਹੁੰਦੀ ਹੈ, ਜਿਹੜੀ ਕੋਈ ਨਾ ਕੋਈ ਸ਼ਕਤੀ ਐਜੀ ਜ਼ਰੂਰ ਹੁੰਦੀ ਹੈ ਜਿੰਦੇ ਨਾਲ ਆਪਣੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ। ਤਾਂ ਉਹ ਜਿਹੜੀ ਸ਼ਕਤੀ ਹੋਏਗੀ ਨਾ, ਉਹ ਜਿਹੜੀ ਤਾਕਤ ਹੋਏਗੀ ਉਸ ਚੀਜ਼ ਦੀ, ਉਹਨੂੰ ਆਪਾਂ ਕੀ ਕਹਾਂਗੇ? ਤੁਸ਼ਟੀ ਗੁਣ ਕਹਾਂਗੇ। ਠੀਕ ਹੈ, ਹੁਣ ਤੁਸ਼ਟੀ ਗੁਣ ਕੀ ਹੋਇਆ? ਕਿਸੇ ਵੀ ਚੀਜ਼ ਦੀ ਉਹ ਤਾਕਤ ਜਿੰਦੇ ਨਾਲ ਕੀ ਹੁੰਦਾ ਹੈ? ਆਪਣੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ। मतलब पखे दी वो ताकत,
ਜਿਹਦੇ ਨਾਲ ਆਪਾਂ ਨੂੰ ਹਵਾ ਮਿਲਦੀ ਹੈ ਉਹ ਤਾਕਤ ਕੀ ਹੈ? ਤੁਸ਼ਟੀ ਗੁਣ ਹੈ। ਲਾਈਟ ਦੀ ਉਹ ਤਾਕਤ ਜਿਹਦੇ ਨਾਲ ਰੋਸ਼ਨੀ ਹੋ ਜਾਂਦੀ ਹੈ ਉਹ ਤਾਕਤ ਕੀ ਹੈ? ਉਹ ਤੁਸ਼ਟੀ ਗੁਣ ਹੈ। ਠੀਕ ਹੈ। ਕੱਪੜਿਆਂ ਦੀ ਉਹ ਤਾਕਤ ਜਿਹਦੇ ਨਾਲ ਆਪਣਾ ਸਰੀਰ ਢੱਕ ਲੈਂਦੇ ਆ ਉਹ ਤਾਕਤ ਕੀ ਹੈ? ਤੁਸ਼ਟੀ ਗੁਣ ਹੈ। ਇਸ ਮਾਰਕਰ ਦੀ ਉਹ ਤਾਕਤ ਜਿਹਦੇ ਨਾਲ ਮੈਂ ਬੋਰਡ ਤੇ ਲਿਖ ਸਕਦਾ ਉਹ ਤਾਕਤ ਕੀ ਹੈ? ਤੁਸ਼ਟੀ ਗੁਣ ਹੈ। ਪਾਣੀ ਦੀ ਉਹ ਤਾਕਤ ਜਿਹਦੇ ਨਾਲ ਮੇਰੀ ਪਿਆਸ ਬੁੱਝ ਜਾਂਦੀ ਹੈ, ਆਈਸਕ੍ਰੀਮ ਦੀ ਉਹ ਤਾਕਤ ਜਿਹੜੀ ਖਾ ਕੇ ਵਧੀਆ ਲੱਗਦਾ ਹੈ, ਉਹ ਸਾਰੀਆਂ ਚੀਜ਼ਾਂ ਕੀ ਨੇ? ਉਹ ਉਹਦਾ ਤੁਸ਼ਟੀ ਗੁਣ ਹੋਏਗਾ। ਤਾਂ ਤੁਸ਼ਟੀ ਗੁਣ ਕੀ ਹੈ? ਹਰੇਕ ਚੀਜ਼ ਦੀ, ਮੈਂ ਵਰਡ ਯੂਜ਼ ਕਰ ਰਿਹਾ, ਹਰੇਕ ਚੀਜ਼ ਦੀ ਉਹ ਤਾਕਤ, ਉਹ ਸ਼ਕਤੀ ਜਿਹਦੇ ਨਾਲ ਆਪਣੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ ਉਹਨੂੰ ਆਪਾਂ ਕਹਿੰਦੇ ਆ ਤੁਸ਼ਟੀ ਗੁਣ। ਹੁਣ ਮੈਂ ਕਿਹਾ ਵੀ ਤੁਸ਼ਟੀ ਗੁਣ ਕੀ ਹੈ? ਹਰੇਕ ਚੀਜ਼ ਦੀ ਤਾਕਤ ਹੈ। ਮਤਲਬ ਦੁਨੀਆ ਦੇ ਵਿੱਚ ਕੋਈ ਚੀਜ਼ ਐਜੀ ਹੈ ਹੀ ਨਹੀਂ ਜਿੰਦੇ ਵਿੱਚ ਤੁਸ਼ਟੀ ਗੁਣ ਨਾ ਹੋਵੇ। ਹਰੇਕ ਚੀਜ਼ 'ਚ ਕੋਈ ਨਾ ਕੋਈ ਤਾਕਤ ਹੈ, ਹਰੇਕ ਚੀਜ਼ 'ਚ ਕੋਈ ਨਾ ਕੋਈ ਫਾਇਦਾ ਆਪਾਂ ਨੂੰ ਨਜ਼ਰ ਆਉਂਦਾ ਹੈ। ਸਿਰਫ ਡਿਪੈਂਡ ਕੀ ਕਰਦਾ ਹੈ ਵੀ ਹੋ ਸਕਦਾ ਹੈ ਕਿ ਮੈਨੂੰ ਨਜ਼ਰ ਨਾ ਆਉਂਦਾ ਹੋਵੇ। ਅਗਰ ਮੈਂ ਕਹਿੰਦਾ ਕਿ ਮੈਂ ਵੈਜੀਟੇਰੀਅਨ ਆ, ਮੈਂ ਨਾਨ ਵੈਜ ਨਹੀਂ ਖਾਂਦਾ, ਇਹਦਾ ਮਤਲਬ ਮੈਨੂੰ ਚਾਹ 'ਚ ਕੋਈ ਤੁਸ਼ਟੀ ਗੁਣ ਨਜ਼ਰ ਨਹੀਂ ਆ ਰਿਹਾ, ਮੈਨੂੰ ਚਾਹ 'ਚ ਕੋਈ ਤਾਕਤ ਨਜ਼ਰ ਨਹੀਂ ਆ ਰਹੀ, ਮੈਨੂੰ ਚਾਹ 'ਚ ਕੋਈ ਫਾਇਦਾ ਨਜ਼ਰ ਨਹੀਂ ਆ ਰਿਹਾ। ਪਰ ਜਿਹੜੇ ਚਾਹ ਪੀਂਦੇ ਆ, ਮੈਂ ਕਹਾਂ ਜਿਹੜੇ ਚਾਹ ਦੇ ਅਮਲੀ ਨੇ, ਬਿਨਾਂ ਚਾਹ ਤੋਂ ਰਹਿ ਨਹੀਂ ਸਕਦੇ, ਉਹ ਕਹਿੰਦੇ ਚਾਹ ਤੋਂ ਵਧੀਆ ਤਾਂ ਚੀਜ਼ ਹੀ ਨਹੀਂ ਹੁੰਦੀ। ਮਤਲਬ ਹੁਣ ਤਾਕਤ ਤਾਂ ਹੈਗੀ ਹੈ, ਸਿਰਫ ਮੈਨੂੰ ਨਜ਼ਰ ਨਹੀਂ ਆ ਰਹੀ ਕਿਉਂਕਿ ਮੈਨੂੰ ਉਹਦੀ ਲੋੜ ਨਹੀਂ ਹੈਗੀ। ਪਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਚਾਹ ਜਿਹੜੀ ਹੈ ਉਹ ਬੇਕਾਰ ਹੈ। ਨਹੀਂ, ਜਿਹੜੇ ਪੀਂਦੇ ਆ ਉਹਨਾਂ ਵਾਸਤੇ ਬਹੁਤ ਅੱਛੀ ਚੀਜ਼ ਹੈ। ਤਾਂ ਜਿਹੜਾ ਤੁਸ਼ਟੀ ਗੁਣ ਹੁੰਦਾ ਹੈ ਉਹ ਹਰੇਕ ਚੀਜ਼ ਦੇ ਵਿੱਚ ਹੁੰਦਾ ਹੈ। ਅਗਰ ਤੁਸੀਂ ਸੋਚਣ ਤੇ ਆ ਜਾਓ ਨਾ ਵੀ ਇੱਕ ਇਹ ਜੀ ਚੀਜ਼ ਸੋਚੋ ਵੀ ਜਿਹੜੀ ਦੁਨੀਆ 'ਚ ਬੇਕਾਰ ਹੈ, ਮਤਲਬ ਇੱਕ ਇਹ ਜੀ ਚੀਜ਼ ਜਿਹੜੀ ਅਗਰ ਦੁਨੀਆ 'ਚ ਆਪਾਂ ਬਾਹਰ ਕੱਢ ਦਈਏ ਤਾਂ ਉਹ ਆਪਣੇ ਉਸ ਤੋਂ ਬਿਨਾ ਆਪਣਾ ਕੰਮ ਚੱਲ ਜਾਊਗਾ। ਤੁਸੀਂ ਇੱਕ ਚੀਜ਼ ਨਹੀਂ ਸੋਚ ਸਕਦੇ ਜਿਹੜੀ ਦੁਨੀਆ 'ਚ ਨਾ ਹੋਵੇ ਤਾਂ ਆਪਣਾ ਕੰਮ ਚੱਲ ਜਾਵੇ। ਦੁਨੀਆ 'ਚ ਜਿੰਨੀਆਂ ਵੀ ਚੀਜ਼ਾਂ ਨੇ, ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਜਾ ਕੇ ਆਪਾਂ ਨੂੰ ਫਾਇਦਾ ਪਹੁੰਚਾਉਂਦੀਆਂ ਨੇ, ਕਿਤੇ ਨਾ ਕਿਤੇ ਆਪਾਂ ਨੂੰ ਉਹਨਾਂ ਦੀ ਲੋੜ ਪੈਂਦੀ ਹੈ। ਆਪਾਂ ਨੂੰ ਨਹੀਂ ਹੋਊਗੀ ਤਾਂ ਕਿਸੇ ਹੋਰ ਨੂੰ ਹੋਊਗੀ। ਤਾਂ ਹਰੇਕ ਚੀਜ਼ ਦੇ ਵਿੱਚ ਕੀ ਹੁੰਦਾ ਹੈ? ਤਾਕਤ ਹੁੰਦੀ ਹੈ, ਜਿਹਦੇ ਨਾਲ ਕੀ ਹੁੰਦਾ ਹੈ? ਆਪਾਂ ਨੂੰ ਜਿਹੜੀਆਂ ਜ਼ਰੂਰਤਾਂ ਜਿਹੜੀਆਂ ਆਪਣੀਆਂ ਉਹ ਪੂਰੀਆਂ ਹੋ ਜਾਂਦੀਆਂ। ਤਾਂ ਉਸ ਤਾਕਤ ਨੂੰ ਹੀ ਆਪਾਂ ਕੀ ਕਹਿ ਦਿੰਦੇ ਆ? ਤੁਸ਼ਟੀ ਗੁਣ ਜਿਹੜਾ ਹੈ ਉਹ ਕਹਿ ਦਿੰਦੇ ਆ। ਤਾਂ ਹੁਣ ਆਪਾਂ ਮੀਨਿੰਗ ਕਲੀਅਰ ਕੀਤਾ ਸਿਰਫ ਤੇ ਸਿਰਫ ਤੁਸ਼ਟੀ ਗੁਣ ਦਾ, ਸੰਤੁਸ਼ਟੀ ਦਾ ਮੀਨਿੰਗ ਨਹੀਂ ਕਲੀਅਰ ਕੀਤਾ। ਇਹ ਜਿਹੜਾ ਮੀਨਿੰਗ ਹੈ ਉਹ ਆਪਾਂ ਆਪਣੇ ਅਗਲੇ ਲੈਕਚਰ 'ਚ ਕਲੀਅਰ ਕਰਾਂਗੇ। ਇਸ ਦੇ ਆਧਾਰ ਤੇ ਆਪਾਂ ਗਣਨਾਵਾਚਕ ਤੁਸ਼ਟੀ ਗੁਣ ਜਿਹੜਾ ਉਹਦਾ ਆਪਾਂ ਮੀਨਿੰਗ ਵੀ ਬਣਾਵਾਂਗੇ। ਪਰ ਆਪਣਾ ਅਗਲਾ ਲੈਕਚਰ ਹੋਊਗਾ ਤਾਂ ਮਿਲਦੇ ਆ ਆਪਣੇ ਅਗਲੇ ਲੈਕਚਰ ਦੇ ਵਿੱਚ। ਟਿਲ ਦੈਨ ਇਟਸ ਥੈਂਕ ਯੂ ਫਰਮ ਮਾਈ ਸਾਈਡ, ਆਲ ਦ ਬੈਸਟ।